स्वागत बहुत बहुत स्वागत है जी इस लाइव प्रोग्राम ਦੇ ਜਿਹਦਾ ਨਾਂ ਹੈ ਗੱਲਾਂ ਤੇ ਗੀਤ। ਤੇ ਦੋਸਤੋ ਜਦੋਂ ਅਸੀਂ ਗੱਲਾਂ ਤੇ ਗੀਤ ਦੀ ਗੱਲ ਕਰਦੇ ਹਾਂ ਤੇ ਤੁਹਾਡੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਨਾ ਹੋਣ ਇਹ ਸ਼ਾਇਦ ਜਿਹੜਾ ਹੈਗਾ ਇਹ ਬੜਾ ਪਰੇ ਜਿਹੇ ਹੋਣ ਵਾਲੀ ਗੱਲ ਹੋ ਜਾਂਦੀ ਹੈ, ਪਰ ਅਸੀਂ ਤੁਹਾਡੇ ਤੋਂ ਪਰੇ ਨਹੀਂ ਹੁੰਦੇ। ਅਸੀਂ ਜਦੋਂ ਇੱਕ ਮਨ ਇੱਕ ਚਿੱਤ ਹੋ ਕੇ ਟੀਵੀ ਦੀ ਸਕਰੀਨ ਦੇ ਅੱਗੇ ਬੈਠਦੇ ਹਾਂ ਤਾਂ ਕੁਝ ਨਾ ਕੁਝ ਸਿੱਖਣ ਲਈ ਬੈਠਦੇ ਹਾਂ, ਕੁਝ ਨਾ ਕੁਝ ਸੁਣਨ ਲਈ ਬੈਠਦੇ ਹਾਂ। ਮੰਜ਼ਿਲਾਂ ਦਾ ਨਿਸ਼ਾਨ ਥੋੜ੍ਹਾ ਏ, ਪਿਆਰ ਏ ਇਮਤਿਹਾਨ ਥੋੜ੍ਹਾ ਏ, ਸਹੁੰ ਰੱਬ ਦੀ ਪਿਆਰ ਕਰਦੇ ਹਾਂ ਤੁਹਾਨੂੰ, ਇਹ ਕੋਈ ਸਿਆਸੀ ਬਿਆਨ ਥੋੜ੍ਹਾ ਹੈ। ਸੋ ਗੱਲ ਕੀ ਹੈ ਕਿ ਤੁਹਾਨੂੰ ਪਿਆਰ ਕਰਦੇ ਹਾਂ, ਲੈ ਕੇ ਆਉਂਦੇ ਹਾਂ ਗੱਲਾਂ ਤੇ ਗੀਤ। ਅਤੇ ਜਦੋਂ ਗੱਲਾਂ ਤੇ ਗੀਤ ਅਸੀਂ ਲੈ ਕੇ ਆ ਗਏ ਉਹਦੇ ਵਿੱਚ ਕੋਈ ਨਾ ਕੋਈ ਵਿਸ਼ਾ ਵੀ ਇਹੋ ਜਿਹਾ ਲੈ ਕੇ ਆਉਂਦੇ ਹਾਂ ਜਿਹਦੇ ਨਾਲ ਸੰਜੀਦਗੀ ਜੁੜੀ ਹੋਈ ਹੁੰਦੀ ਹੈ, ਜਿਹਦੇ ਨਾਲ ਗੰਭੀਰਤਾ ਜੁੜੀ ਹੋਈ ਹੁੰਦੀ ਹੈ। ਅਜੋਕੇ ਦੌਰ ਦੀ ਗੱਲ ਕਰੀਏ, ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਸਾਨੂੰ ਸਭ ਤੋਂ ਵੱਧ ਚਿੰਤਾ ਜਿਹੜੀ ਹੈਗੀ ਉਹ ਕੱਲ੍ਹ ਦੀ ਹੋਣ ਲੱਗ ਪੈਂਦੀ ਹੈ। ਅਤੇ ਜਦੋਂ ਅਸੀਂ ਕੱਲ੍ਹ ਦੀ ਵਾਸਤੇ ਚਿੰਤਤ ਹੋਣ ਲੱਗ ਪਈਏ ਤਾਂ ਅਸੀਂ ਸੋਚਣ ਲੱਗ ਪਈਦਾ ਕਿ ਅਸੀਂ ਬੱਚਿਆਂ ਦੇ ਬਾਰੇ ਕਿਸ ਤਰੀਕੇ ਦੇ ਨਾਲ ਇਸ ਵੇਲੇ ਕੰਮ ਕਰ ਰਹੇ ਹਾਂ, ਕਿਸ ਤਰੀਕੇ ਨਾਲ ਸੋਚ ਰਹੇ ਹਾਂ। ਬੋਰਡ ਦੀਆਂ ਪ੍ਰੀਖਿਆਵਾਂ ਸਿਰ 'ਤੇ ਨੇ, ਉਸ ਤੋਂ ਬਾਅਦ ਵਿੱਚ ਜਿਹੜੀਆਂ ਪ੍ਰੀਖਿਆਵਾਂ ਆਉਣ ਵਾਲੀਆਂ ਨੇ ਉਹਦੇ ਵਾਸਤੇ ਅਸੀਂ ਬਹੁਤ ਜ਼ਿਆਦਾ ਚਿੰਤਾ ਕਰਨੀ ਸ਼ੁਰੂ ਕਰ ਦਿੰਦੇ ਹਾਂ ਕਿ ਹਾਂ ਯਾਰ ਬੱਚੇ ਨੇ ਇਸ ਤਰੀਕੇ ਨਾਲ ਪੜ੍ਹਿਆ ਨਹੀਂ, ਇਸ ਤਰੀਕੇ ਨਾਲ ਉਹਨੂੰ ਪੜ੍ਹਨਾ ਚਾਹੀਦਾ ਸੀਗਾ। 100 ਖਿਆਲ 100 ਸਵਾਲ ਮਨ ਦੇ ਵਿੱਚ ਸਾਡੇ ਉਤਪੰਨ ਹੁੰਦੇ ਆ, ਪੈਦਾ ਹੁੰਦੇ ਆ। ਪਰ ਫਿਰ ਵੀ ਜੇ ਜ਼ਿੰਦਗੀ ਇਮਤਿਹਾਨ ਲੈਂਦੀ ਹੈ ਤਾਂ ਇਹਨਾਂ ਇਮਤਿਹਾਨਾਂ ਦੇ ਵਿੱਚੋਂ ਵੀ ਪਾਸ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ। मुश्किलों से कह दो उलझाना करे हमसे, हमें हर हालात में जीने का हुनर आता है। सो ਜਿਹਨੂੰ ਜੀਣ ਦਾ ਹੁਨਰ ਆ ਗਿਆ, ਜਿਹਨੂੰ ਮੁਸ਼ਕਿਲਾਂ ਦੇ ਨਾਲ ਟਕਰਾਉਣ ਦਾ ਹੁਨਰ ਆ ਗਿਆ, ਉਹ ਸਮਝ ਲਓ ਕਿ ਫਿਰ ਸਫਲ ਹੋ ਜਾਂਦਾ ਆਪਣੀ ਜ਼ਿੰਦਗੀ ਦੇ ਵਿੱਚ। ਵੈਸੇ ਤੁਸੀਂ ਦੇਖ ਲਓ ਵੀ ਜਦੋਂ ਅਸੀਂ ਕਹਿੰਦੇ ਹਾਂ ਵੀ ਬੰਦੇ ਦੇ ਹੱਥਾਂ ਵਰਗਾ ਕੋਈ ਹਥਿਆਰ ਨਹੀਂ ਬਣਿਆ, ਤਾਂ ਉਹ ਜਿਹੜਾ ਹਥਿਆਰ ਹੈ ਉਹ ਬੰਦੇ ਦੇ ਹੱਥ ਨੇ। ਸੋ ਹੱਥ ਸਿਰਜਣਹਾਰ ਨੇ ਤਕਦੀਰਾਂ ਦੇ, ਇਹ ਤਕਦੀਰਾਂ ਲਿਖਦੇ ਵੀ ਨੇ। ਪਰ ਜਦੋਂ ਅਸੀਂ ਪ੍ਰੀਖਿਆਵਾਂ ਦੀ ਗੱਲ ਕਰਦੇ ਹਾਂ, ਖਾਸ ਤੌਰ 'ਤੇ ਭਵਿੱਖ ਦੀ ਗੱਲ ਕਰਦੇ ਹਾਂ, ਖਾਸ ਤੌਰ 'ਤੇ ਬੱਚਿਆਂ ਦੀ ਗੱਲ ਕਰਦੇ ਹਾਂ, ਇਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਹੈਗੇ ਉਹ ਸਾਡਾ ਮਨ ਵੀ ਮੰਗਦਾ। ਅਤੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਜਿਹੜੀ ਮਾਣਯੋਗ ਸਤਿਕਾਰਯੋਗ ਵਡਿਆਈ ਦੀ ਪਾਤਰ ਸ਼ਖਸੀਅਤ ਇਸ ਸਟੂਡੀਓ ਦੇ ਵਿੱਚ ਮੇਰੇ ਸੱਜੇ ਹੱਥ ਤਸ਼ਰੀਫ ਫਰਮਾ ਨੇ, ਮੈਂ ਉਹਨਾਂ ਦਾ ਤਾਰਫ ਕਰਵਾਉਣ ਤੋਂ ਪਹਿਲਾਂ ਇਹ ਕਹਿ ਦਿਆਂ ਕਿ ਗੁਣਾਂ ਦੀ ਗੁਥਲੀ ਹੈ ਉਹ ਸ਼ਖਸੀਅਤ। ਪ੍ਰਿੰਸੀਪਲ ਨੇ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਦੇ ਲੜਕੀਆਂ ਦੇ ਖਾਸ ਤੌਰ ਦੇ ਉੱਤੇ ਸਕੂਲ ਉਹ ਬਣਿਆ ਹੋਇਆ। ਸੋ ਉਹਦੇ ਵਿੱਚ ਆਪਣਾ ਜਿਹੜਾ ਹੈ ਉਹ ਸੇਵਾਵਾਂ ਦੇ ਰਹੇ ਨੇ। ਸੋ ਮੈਂ ਪ੍ਰਿੰਸੀਪਲ ਰਾਕੇਸ਼ ਸ਼ਰਮਾ ਹੋਰਾਂ ਦੀ ਗੱਲ ਕਰ ਰਿਹਾ। ਸ਼ਰਮਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ। ਸ਼ਰਮਾ ਸਾਹਿਬ, ਬੰਦੇ ਦੇ ਹੱਥਾਂ ਵਰਗਾ ਕੋਈ ਹਥਿਆਰ ਨਹੀਂ ਬਣਿਆ ਅਤੇ ਇੰਨਾ ਕੁਛ ਬਣ ਗਿਆ, ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬਿਲਕੁਲ, ਕੁਦਰਤ ਬੇਅੰਤ ਆ, ਉਹਨੇ ਆਪਣੇ ਤਰੀਕੇ ਦੇ ਨਾਲ ਬੰਦੇ ਦੇ ਕੋਲੋਂ ਕੋਈ ਨਾ ਕੋਈ ਜਿਹੜਾ ਹੈਗਾ ਇਮਤਿਹਾਨ ਲੈਂਦੇ ਰਹਿਣਾ। ਪਰ ਸਭ ਤੋਂ ਵੱਡਾ ਇਮਤਿਹਾਨ ਹੁੰਦਾ ਆ ਜਦੋਂ ਅਸੀਂ ਸੋਚਦੇ ਹਾਂ ਵੀ ਸਾਡੇ ਬੱਚੇ ਇਮਤਿਹਾਨ ਦੇਣ ਜਾ ਰਹੇ ਆ, ਉਹ ਹੁਣ ਕੀ ਕਰਨ, ਹੈ ਨਾ। ਅਤੇ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਨੁਕਤਿਆਂ ਦੀ ਗੱਲ ਜਿਹੜੀ ਹੈਗੀ ਉਹ ਸ਼ੁਰੂ ਕਰ ਲੈਂਦੇ ਹਾਂ ਵੀ ਪ੍ਰੀਖਿਆ ਦੇ ਵਿੱਚ ਕਿਹੜੇ ਕਿਹੜੇ ਨੁਕਤੇ ਵਰਤੇ ਜਾਣ ਵੀ ਜਿਹਦੇ ਨਾਲ ਪ੍ਰੀਖਿਆ ਚੰਗੇ ਤਰੀਕੇ ਨਾਲ ਦਿੱਤੀ ਜਾ ਸਕੇ। ਸਭ ਤੋਂ ਪਹਿਲਾਂ ਨੁਕਤਿਆਂ ਤੋਂ ਆਪਾਂ ਸ਼ੁਰੂ ਕਰ ਲੈਂਦੇ ਹਾਂ ਜੀ। ਗਗਨ ਜੀ, ਅੱਜ ਕੱਲ੍ਹ ਜੋ ਪ੍ਰੀਖਿਆਵਾਂ ਦਾ ਮਾਹੌਲ ਹੈ, ਬੋਰਡ ਦੀਆਂ ਪ੍ਰੀਖਿਆਵਾਂ ਵੀ ਸ਼ੁਰੂ ਹੋ ਗਈਆਂ ਜੀ। ਇਹਦੇ 'ਚ ਜ਼ਰੂਰੀ ਨੁਕਤੇ ਇਹ ਹੈ ਕਿ ਪਹਿਲਾਂ ਸ਼ਾਇਦ ਕੋਈ ਸਮਝ ਨਹੀਂ ਸੀ ਹੁੰਦੀ, ਕਿਤਾਬਾਂ ਪੜ੍ਹੀ ਦੀਆਂ ਸੀਗੀਆਂ, ਕਰ ਲੈਂਦੇ ਸੀਗੇ ਜੀ। ਅੱਜ ਕੱਲ੍ਹ ਪ੍ਰੀਖਿਆਵਾਂ ਬੜੇ ਤਰ੍ਹਾਂ ਦੀਆਂ ਹੋ ਗਈਆਂ, ਕੋਈ ਬਾਈ ਮੰਥਲੀ ਪ੍ਰੀਖਿਆ ਹੈ, ਕੋਈ ਛਮਾਈ ਦੀ ਪ੍ਰੀਖਿਆ ਹੈ, ਕੋਈ ਫਾਈਨਲ ਸਮੈਸਟਰ ਸਿਸਟਮ ਆ ਗਿਆ, ਤਾਂ ਉਹਦੇ ਵਿੱਚ ਬੱਚੇ ਨੂੰ ਇਹ ਗੱਲ ਜ਼ਿਹਨ 'ਚ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹਦਾ ਸਿਲੇਬਸ ਕੀ ਹੈ ਜੋ ਪ੍ਰੀਖਿਆ ਦੇਣ ਜਾ ਰਿਹਾ ਹੈ ਜਾਂ ਜਿਹੜੀ ਉਹਨੇ ਪ੍ਰੀਖਿਆ ਦੇਣੀ ਹੈ, ਉਸ ਪ੍ਰੀਖਿਆ ਦੇ ਵਿੱਚ ਉਹਦਾ ਸਿਲੇਬਸ ਕਿੰਨਾ ਹੈ, ਕਿਹੜੇ ਚੈਪਟਰ ਉਹਦੇ ਪਹਿਲੀ ਟਰਮ ਦੇ ਵਿੱਚ ਆ ਰਿਹਾ, ਕਿਹੜੇ ਚੈਪਟਰ ਉਹਦੇ ਸੈਕੰਡ ਟਰਮ ਦੇ ਵਿੱਚ ਆ ਰਿਹਾ, ਔਰ ਉਹਦਾ ਜੋ ਸਿਲੇਬਸ ਹੈ, ਉਹਦਾ ਕੋਰਸ ਹੈ, ਉਹਨੂੰ ਪਤਾ ਹੋਣਾ ਚਾਹੀਦਾ। ਦੂਜੀ ਗੱਲ ਕਿ ਅੱਜ ਕੱਲ੍ਹ ਬੋਰਡ ਦੀਆਂ ਪ੍ਰੀਖਿਆਵਾਂ ਦੇ ਵਿੱਚ ਵੀ ਅੱਜ ਕੱਲ੍ਹ ਜਿਹੜੇ ਸਾਈਟਸ ਹੈਗੀਆਂ ਔਰ ਜਿਹੜੀਆਂ ਬਹੁਤ ਸਾਰੀਆਂ ਐਪ ਬਣ ਗਈਆਂ, ਉਹਨਾਂ ਦੇ ਵਿੱਚ ਬਲਿਊ ਪ੍ਰਿੰਟ ਜਿਹੜਾ ਹੈ ਕਿਸੇ ਵੀ ਸਬਜੈਕਟ ਦਾ ਬਲਿਊ ਪ੍ਰਿੰਟ ਪਹਿਲਾਂ ਤੋਂ ਹੀ ਪਬਲਿਸ਼ ਹੋ ਜਾਂਦਾ ਹੈ। ਔਰ ਉਸ ਬਲਿਊ ਪ੍ਰਿੰਟ ਦੇ ਵਿੱਚ ਫਿਕਸ ਕੀਤਾ ਜਾਂਦਾ ਕਿ ਪਹਿਲੇ ਪਾਰਟ ਦੇ ਵਿੱਚੋਂ ਕਿੰਨੇ ਪ੍ਰਸ਼ਨ ਆਣੇ, ਕਿੰਨੇ ਨੰਬਰ ਦੇ ਪ੍ਰਸ਼ਨ ਆਣੇ ਆ, 1 ਨੰਬਰ ਦਾ ਪ੍ਰਸ਼ਨ ਕਿਸ ਚੈਪਟਰ 'ਚੋਂ ਆਉਣਾ, 6 ਨੰਬਰ ਦਾ ਪ੍ਰਸ਼ਨ ਕਿਸ ਚੈਪਟਰ 'ਚੋਂ ਆਉਣਾ, ਔਰ 5 ਨੰਬਰ ਦਾ ਜਿਹੜੇ ਆ ਕਿਸ ਚੈਪਟਰ 'ਚੋਂ ਆਉਣਾ। ਤਾਂ ਉਹਦੀ ਇਸ ਚੀਜ਼ ਦੀ ਰੂਪਰੇਖਾ ਬਹੁਤ ਜ਼ਰੂਰੀ ਹੈ ਬੱਚੇ ਵਾਸਤੇ। ਜੇਕਰ ਉਹਨੂੰ ਇਹ 1 ਨੰਬਰ ਦੇ ਪਾਠ ਵਿੱਚੋਂ ਜੇਕਰ ਉਹ 6 ਨੰਬਰ ਵਾਲੇ ਦੇ ਪ੍ਰਸ਼ਨ ਯਾਦ ਕਰੀ ਜਾਏਗਾ ਤਾਂ ਡੈਫੀਨੇਟਲੀ ਉਹਦਾ ਫਿਰ ਲੋਸ ਹੋਣ ਦੀ ਸੰਭਾਵਨਾ ਹੁੰਦੀ ਹੈ। ਤੀਜੀ ਜਿਹੜੀ ਚੀਜ਼ ਮੈਂ ਸਮਝਦਾ ਕਿ ਸਭ ਤੋਂ ਜ਼ਰੂਰੀ ਹੈ ਉਹ ਬੱਚੇ ਦੇ ਨੋਟਸ ਹੈ ਜੀ। ਸ਼ੁਰੂ ਤੋਂ ਲੈ ਕੇ ਪ੍ਰੀਖਿਆਵਾਂ ਦੀ ਤਿਆਰੀ ਤਾਂ ਵੈਸੇ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਕਲਾਸਾਂ ਲੱਗਦੀਆਂ, ਔਰ ਜਦੋਂ ਬੱਚਾ ਨੋਟਸ ਤਿਆਰ ਕਰਦਾ ਆਪਦੇ
ਜੇਕਰ ਉਹ ਆਪਣੇ ਹੱਥ ਨਾਲ ਨੋਟਸ ਤਿਆਰ ਕਰਦਾ ਤਾਂ ਉਹਨੂੰ ਉਹ ਨੋਟਸ ਜਾਦੂ ਦੀ ਤਰ੍ਹਾਂ ਕੰਮ ਕਰਦੇ ਆ ਜੀ। ਉਹਨਾਂ ਦਿਨਾਂ ਦੇ ਵਿੱਚ ਜਦੋਂ ਦੀ ਪ੍ਰੀਖਿਆ ਹੁੰਦੀ ਆ, ਆਪਦੇ ਹੱਥ ਨਾਲ ਲਿਖੇ ਨੋਟਸ, ਯਾਦ ਕਰਕੇ ਲਿਖੇ ਨੋਟਸ, ਜਦੋਂ ਪ੍ਰੀਖਿਆ ਤੋਂ 1 ਦਿਨ ਪਹਿਲਾਂ ਜਾਂ 2 ਦਿਨ ਪਹਿਲਾਂ ਪੜ੍ਹਦਾ ਤਾਂ ਉਹਨੂੰ ਸਾਰੀ ਦੀ ਸਾਰੀ ਹਿਸਟਰੀ, ਸਾਰੇ ਦਾ ਸਾਰਾ ਉਹ ਚੀਜ਼ ਜਿਹੜੀ ਹੈ ਕਹਾਣੀ ਬਣ ਕੇ ਉਹਦੇ ਜਿਹਨ ਦੇ ਵਿੱਚ ਉਤਰ ਜਾਂਦੀ ਹੈ। ਇਹ ਚੀਜ਼ਾਂ ਉਹਨੂੰ ਬਹੁਤ ਫਾਇਦਾ ਦਿੰਦੀਆਂ। ਔਰ ਜਿਹੜੀ ਚੌਥੀ ਚੀਜ਼ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਹੈ, ਉਹ ਹੈ ਉਹਦਾ ਪ੍ਰੀਖਿਆ ਦੇ ਵਿੱਚ ਬੈਠੇ ਦਾ ਮਾਨਸਿਕ ਜਿਹੜਾ ਆ ਸਕੂਨ ਔਰ ਤਸੱਲੀ ਔਰ ਕੌਨਫੀਡੈਂਸ, ਜਿਹੜਾ ਸੰਤੁਲਨ ਹੈ ਉਹ ਬਣਿਆ ਰਹਿਣਾ ਚਾਹੀਦਾ। ਬਿਲਕੁਲ ਜੀ, ਇਹ ਬਹੁਤ ਜ਼ਰੂਰੀ ਹੈ। ਇਹ 3-4 ਨੁਕਤੇ ਹੈ ਜਿਨ੍ਹਾਂ ਨੂੰ ਅਪਣਾ ਕੇ ਪੂਰੀ ਤਰ੍ਹਾਂ ਅੱਛੀ ਪ੍ਰੀਖਿਆ ਬੱਚਾ ਦੇ ਸਕਦਾ ਹੈ। ਪੇਪਰ ਆਉਂਦੇ ਆ ਤਾਂ ਬੱਚੇ ਨੂੰ ਇੱਕ ਡਰ ਵੀ ਲੱਗਦਾ ਵੀ ਹੁਣ ਪੇਪਰ ਤਾਂ ਸਿਰ ਤੇ ਹੈਗੇ ਆ, ਮੈਂ ਕਿਹੜਾ ਸਬਜੈਕਟ ਪੜ੍ਹਾਂ, ਆਹ ਛੱਡ ਦਿਆਂ ਜਾਂ ਫਿਰ ਇਹਦੇ ਵਿੱਚੋਂ ਆਹ ਚੈਪਟਰ ਕਰ ਲਵਾਂ। ਪਾਠਕ੍ਰਮ ਉਹੀ ਹੁੰਦਾ, ਤੁਹਾਨੂੰ ਪਤਾ ਹੀ ਹੈ। ਤੇ ਕਿਹੜੇ ਵਿਸ਼ੇ ਨੂੰ ਕਿੰਨਾ ਟਾਈਮ ਦੇਵੇ, ਕਿੱਦਾਂ ਡਿਵੀਜ਼ਨ ਕਰੇ? ਇਹ ਬਹੁਤ ਜ਼ਰੂਰੀ ਹੈ ਗਗਨ ਜੀ, ਬੜਾ ਅੱਛਾ ਸਵਾਲ ਹੈ ਤੁਹਾਡਾ, ਕਿਉਂਕਿ ਹੋ ਸਕਦਾ ਕਿ ਮੇਰੇ ਵਾਸਤੇ ਕੋਈ ਔਖਾ ਵਿਸ਼ਾ ਹੋਰ ਹੋਵੇ, ਤੁਹਾਡੇ ਵਾਸਤੇ ਕੋਈ ਔਖਾ ਵਿਸ਼ਾ ਹੋਰ ਹੋਵੇ। ਤਾਂ ਇਸ ਤਰ੍ਹਾਂ ਜਦੋਂ ਬੱਚਿਆਂ ਨੂੰ ਆਪਾਂ ਸਬਜੈਕਟ ਜਿਹੜਾ ਉਹਦੀ ਤਿਆਰੀ ਵਾਸਤੇ ਸੁਝਾਅ ਦੇਣਾ, ਤਾਂ ਉਹ ਜਿਸ ਸਬਜੈਕਟ ਨੂੰ ਔਖਾ ਸਮਝਦਾ ਤਾਂ ਉਹ ਸ਼ੁਰੂ ਤੋਂ ਹੀ ਉਹਨੂੰ ਟਾਈਮ ਟੇਬਲ ਬਣਾ ਲੈਣਾ ਚਾਹੀਦਾ ਕਿ ਜੇਕਰ ਮੈਂ ਮੈਥ ਨੂੰ ਔਖਾ ਸਮਝਦਾ ਤਾਂ ਮੈਨੂੰ ਮੈਥ ਵਾਸਤੇ ਵੱਧ ਟਾਈਮ ਅਲਾਟ ਕਰ ਲੈਣਾ ਚਾਹੀਦਾ। ਜੇਕਰ ਮੈਨੂੰ ਕੋਈ ਹੋਰ ਵਿਸ਼ਾ ਸੌਖਾ ਲੱਗਦਾ, ਕਈ ਵਾਰੀ ਇਹ ਵੀ ਗੱਲ ਹੋ ਜਾਂਦੀ ਹੈ ਕਿ ਅਸੀਂ ਸੌਖੇ ਵਿਸ਼ਾ ਨੂੰ ਬਿਲਕੁਲ ਦਰਕਨਾਰ ਕਰ ਦਿੰਦੇ ਹਾਂ। ਬਿਲਕੁਲ। ਔਰ ਭਾਵੇਂ ਇਹਨੂੰ, ਜਿੱਦਾਂ ਪੰਜਾਬੀ ਸਾਡੀ ਮਾਤ ਭਾਸ਼ਾ, ਅਸੀਂ ਸਮਝਦੇ ਹਾਂ ਕਿ ਬਹੁਤ ਸੌਖੀ ਹੈ, ਚਲ ਬਾਅਦ ਚ ਪੜ੍ਹ ਲਾਂਗੇ। ਔਰ ਇਹਦੇ ਚੱਕਰ ਦੇ ਵਿੱਚ ਪੰਜਾਬੀ 'ਚ ਵੀ 1 ਨੰਬਰ ਦਾ ਮੁੱਲ 1 ਨੰਬਰ ਹੀ ਹੁੰਦਾ। ਇਸ ਤਰ੍ਹਾਂ ਕਈ ਵਾਰੀ ਬੱਚੇ ਕੋਈ ਨੁਕਸਾਨ ਵੀ ਕਰਾ ਲੈਂਦੇ ਆ। ਤਾਂ ਮੇਰੀ ਇਹ ਰਾਏ ਰਹੇਗੀ, ਇਹ ਸੁਝਾਅ ਰਹੇਗਾ ਕਿ ਹਰ ਬੱਚਾ, ਚਾਹੇ ਕੋਈ ਸੌਖਾ ਵਿਸ਼ਾ ਸਮਝਦਾ ਚਾਹੇ ਕੋਈ ਔਖਾ ਵਿਸ਼ਾ ਸਮਝਦਾ, ਪਰ ਉਹਨੂੰ ਪੜ੍ਹੇ ਜ਼ਰੂਰ। ਹਾਂ, ਵੱਖਰੀ ਗੱਲ ਹੈ ਕਿ ਜਿਨ੍ਹਾਂ ਨੂੰ ਉਹ ਔਖੇ ਸਮਝਦਾ ਉਹਨਾਂ ਨੂੰ ਟਾਈਮ ਵੱਧ ਦੇ ਦੇਵੇ ਤਾਂ ਕਿ ਉਹਦੀ ਜੋ ਕੋਈ ਘਾਟ ਹੈ ਪੂਰੀ ਹੋ ਜਾਵੇ। ਔਰ ਜਿਹੜੇ ਵਿਸ਼ੇ ਸੌਖੇ ਸਮਝਦਾ ਉਹਨਾਂ ਨੂੰ ਟਾਈਮ ਘੱਟ ਦੇਵੇ, ਪਰ ਦੇਵੇ ਜ਼ਰੂਰ। ਔਰ ਰੈਗੂਲਰ ਹਰ ਵਿਸ਼ੇ ਨੂੰ ਟਾਈਮ ਦੇਣਾ, ਉਹਨਾਂ ਨੂੰ ਰੂਟੀਨ 'ਚ ਪੜ੍ਹਨਾ, ਇਹ ਬਹੁਤ ਜ਼ਰੂਰੀ ਹੈ ਜੇਕਰ ਉਹਨੇ ਬਹੁਤ ਅੱਛੇ ਨੰਬਰ ਪ੍ਰਾਪਤ ਕਰਨੇ ਹਨ। ਜੀ, ਤੇ ਇਹ ਮਤਲਬ ਬੈਲੈਂਸ ਹੈਗਾ, ਇੱਕ ਤਾਂ ਭਾਸ਼ਾਵਾਂ ਦਾ ਬੈਲੈਂਸ ਜਿਹੜਾ ਹੈਗਾ ਵੀ ਹਰ ਬੋਲੀ ਸਿੱਖਣੀ ਵੀ ਚਾਹੀਦੀ, ਪਰ ਪੱਕੀ ਵੇਖ ਕੇ ਕੱਚੀ ਨਹੀਂ ਢਾਈਦੀ ਹੈ। ਬਿਲਕੁਲ। ਇਹ ਨਾ ਹੋਵੇ ਵੀ ਤੁਸੀਂ ਕੱਚੇ ਪੱਕੇ ਦੇ ਇੱਕ ਇੰਬੈਲੈਂਸ ਜਾਂ ਫਿਰ ਅਸੰਤੁਲਨ ਕ੍ਰੀਏਟ ਕਰਕੇ ਤੇ ਉਸ ਵੇਲੇ ਫਿਰ ਬੰਦਾ ਜਿਹੜਾ ਹੈਗਾ ਪ੍ਰੀਖਿਆ ਦੇ ਵਿੱਚੋਂ ਫੇਲ ਵੀ ਹੋ ਸਕਦਾ। ਸੋ ਕੁਝ ਕਾਰਨਾਂ ਦੇ ਕਰਕੇ ਨਾ ਤਿਆਰੀ ਨਹੀਂ ਹੋ ਪਾਉਂਦੀ ਜੀ। ਤੇ ਐਨ ਸਿਰ ਦੇ ਉੱਤੇ ਹੁਣ ਪ੍ਰੀਖਿਆ ਖੜੀ ਆ, ਉਸ ਵੇਲੇ ਬੱਚੇ ਦਾ ਮਾਨਸਿਕ ਸੰਤੁਲਨ ਵੀ ਉਸ ਤਰੀਕੇ ਦਾ, ਮਾਪਿਆਂ ਦੀ ਵੀ ਕੁਝ ਜ਼ਿੰਮੇਵਾਰੀ, ਟੀਚਰਸ ਦੀ ਵੀ ਕੁਝ ਜ਼ਿੰਮੇਵਾਰੀ, ਪਰ ਬੱਚੇ ਦਾ ਉਹ ਜਿਹੜਾ ਮਾਨਸਿਕ ਸੰਤੁਲਨ ਹੈ ਨਾ, ਉਹ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਫਿਰ ਅਪਲਿਫਟ ਕਰੇ, ਆਪਣੇ ਆਪ ਨੂੰ ਉਹ ਬੈਲੈਂਸਡ ਕਰੇ ਕਿ ਹੁਣ ਇਸ ਵੇਲੇ ਮੁਸੀਬਤ ਹੀ ਇੱਕ ਕਿਸਮ ਦੀ ਆ ਜਾਂਦੀ ਹੈ। ਐਕਚੁਅਲੀ ਪਤਾ ਕੀ ਗੱਲ ਹੈ, ਸਾਡੇ ਨਾ ਇੱਕ ਹੋਰ ਵੀ ਕਾਰਨ ਹੈ ਕਿ ਅਸੀਂ ਨਾ ਜਦੋਂ ਸਮੱਸਿਆ ਆਉਂਦੀ ਹੈ ਉਦੋਂ ਜਾਗਦੇ ਹਾਂ ਜਦੋਂ ਸਮੱਸਿਆ ਚਲੇ ਜਾਂਦੀ ਹੈ ਉਸ ਵੇਲੇ ਅਸੀਂ ਸੌ ਜਾਂਦੇ ਹਾਂ। ਬਿਲਕੁਲ। ਫਿਰ ਅਸੀਂ ਇੰਤਜ਼ਾਰ ਕਰਦੇ ਹਾਂ ਕੋਈ ਨਵੀਂ ਸਮੱਸਿਆ ਆ ਕੇ ਸਾਨੂੰ ਜਗਾਊਗੀ, ਹੈ ਨਾ। ਸੋ ਹੁਣ ਉਹ ਨਵੀਂ ਸਮੱਸਿਆ ਜਿਹੜੀ ਹੈਗੀ ਉਹਨੇ ਆ ਕੇ ਜਗਾ ਦਿੱਤਾ। ਬਿਲਕੁਲ। ਹੁਣ ਕਿੱਦਾਂ ਦੀ ਸਥਿਤੀ ਹੋਊਗੀ ਤੇ ਇਸ ਸਥਿਤੀ ਦੇ ਨਾਲ ਕਿਵੇਂ ਨਜਿੱਠਿਆ ਜਾਵੇ? ਹਾਂ, ਇਹ ਬਹੁਤ ਅੱਛਾ ਕੁਐਸਚਨ ਹੈ ਤੇ ਪ੍ਰੈਕਟੀਕਲ ਕੁਐਸਚਨ ਹੈ। ਕਾਰਨ ਇਹ ਹੈ ਕਿ ਅਕਸਰ ਹੀ ਵਿਦਿਆਰਥੀ ਕਈ ਵਾਰੀ ਲਾਪਰਵਾਹੀ ਕਰ ਜਾਂਦੇ, ਔਰ ਜਦੋਂ ਪ੍ਰੀਖਿਆ ਦੇ ਵਿੱਚ ਮਹੀਨਾ ਰਹਿ ਜਾਂਦਾ ਤਾਂ ਫਿਰ ਉਹਨਾਂ ਨੂੰ ਇਹ ਚਿੰਤਾ ਜਾਗ ਪੈਂਦੀ ਹੈ ਕਿ ਉਹ ਨੰਬਰ ਕਿਵੇਂ ਲਈਏ। ਤਾਂ ਉਹਦੇ ਵਾਸਤੇ ਵੀ ਬਹੁਤ ਜ਼ਰੂਰੀ ਹੈ ਕਿ ਉਹਨਾਂ ਦੇ ਜੇਕਰ ਨੋਟਸ ਬਣੇ ਹੋਏ ਆ ਤਾਂ ਉਹਨਾਂ ਨੂੰ ਬਹੁਤ ਹੈਲਪ ਦੇਣਗੇ, ਜੇਕਰ ਸੰਖੇਪ ਨੋਟਸ ਬਣੇ ਆ ਤਾਂ ਹੋਰ ਵੀ ਹੈਲਪ ਦੇਣਗੇ, ਕਿਉਂਕਿ ਸਮਾਂ ਘੱਟ ਹੁੰਦਾ, ਅਸੀਂ ਬਰੀਫ ਪੜ੍ਹਨਾ ਹੁੰਦਾ। ਜਦੋਂ ਅਸੀਂ ਕੋਈ ਕਹਾਣੀ ਪੜ੍ਹੀ ਹੋਵੇ, ਸੁਣੀ ਹੋਵੇ, ਸਮਝੀ ਹੋਵੇ ਤਾਂ ਉਹਦੇ ਜੇਕਰ 2-4 ਟਿਪਸ ਹੀ ਜਿਹੜੀਆਂ ਸਾਨੂੰ ਜਿਹੜੀ ਮੇਨ ਹੈਡਿੰਗ ਹੈ ਉਹ ਸਾਡੇ ਧਿਆਨ ਵਿੱਚ ਹੋਣ ਤਾਂ ਬਹੁਤ ਵਧੀਆ ਉਹ ਨੰਬਰ ਲੈ ਸਕਦਾ। ਸੈਕੰਡ ਜਿਹੜੀ ਚੀਜ਼ ਹੈ ਕਿ ਵਿਦਿਆਰਥੀ ਨੇ ਸਮਾਂ ਘੱਟ ਹੈ ਤਾਂ ਉਹਦੇ ਕੋਲ 100% ਨੰਬਰ ਲੈਣ ਵਾਸਤੇ ਤਾਂ ਗੁੰਜਾਇਸ਼ ਨਹੀਂ ਹੈਗੀ, ਪਰ ਉਹਨੇ ਪ੍ਰੀਖਿਆ 'ਚੋਂ ਜੇਕਰ ਪਾਸ ਹੋਣਾ ਜਾਂ ਚੰਗੇ ਨੰਬਰ ਲੈ ਕੇ ਪਾਸ ਹੋਣਾ ਤਾਂ ਉਹਨੂੰ ਫਿਰ ਬਲੂਪ੍ਰਿੰਟ 'ਤੇ ਕੰਮ ਕਰਨਾ ਪਏਗਾ। ਉਹਨੂੰ ਵੇਖਣਾ ਪਏਗਾ ਕਿ ਮੈਂ ਕਿਹੜੇ 1 ਨੰਬਰ ਵਾਲੇ ਕੁਐਸਚਨ ਜਾਂ 1 ਨੰਬਰ ਵਾਲੇ ਪਾਠ ਜਿਨ੍ਹਾਂ 'ਚੋਂ 1 ਨੰਬਰ ਦੇ ਕੁਐਸਚਨ ਆਣਾ ਉਹਨਾਂ ਨੂੰ ਥੋੜ੍ਹਾ ਘੱਟ ਟਾਈਮ ਦੇ ਲਾਂ ਜਾਂ ਉਹਨਾਂ ਨੂੰ ਇੱਕ ਵਾਰੀ ਪਾਸੇ ਰੱਖ ਲਵਾਂ, ਔਰ ਜਿਨ੍ਹਾਂ 'ਚੋਂ ਮੈਕਸਿਮਮ ਨੰਬਰ ਗੇਨ ਕੀਤੇ ਜਾ ਸਕਦੇ। ਅੱਜ ਦੇ ਟਾਈਮ 'ਚ ਇਹਨੂੰ ਸਮਾਰਟ ਸਟੱਡੀ ਕਹਿੰਦੇ। ਸਮਾਰਟ ਸਟੱਡੀ, ਬਿਲਕੁਲ ਜੀ, ਬਿਲਕੁਲ। ਔਰ ਇਹ ਜਦੋਂ ਅਸੀਂ ਲਗਾਤਾਰ ਸ਼ੁਰੂ ਤੋਂ ਪ੍ਰੀਖਿਆ ਦੀ ਤਿਆਰੀ ਨਹੀਂ ਕੀਤੀ ਹੁੰਦੀ ਔਰ ਇਹਨਾਂ ਦਿਨਾਂ ਦੇ ਵਿੱਚ ਆਣ ਕੇ ਸਾਨੂੰ ਇਹਨਾਂ 'ਤੇ ਫੋਕਸ ਕਰਨਾ ਹੀ ਪੈਂਦਾ। ਔਰ ਵਿਦਿਆਰਥੀ ਜਿਨ੍ਹਾਂ ਨੇ ਮੈਰਿਟ ਵਿੱਚ ਵੀ ਆਉਣਾ ਹੁੰਦਾ ਉਹਨਾਂ ਵਾਸਤੇ ਵੀ ਇਹ ਚੀਜ਼ ਜ਼ਰੂਰੀ ਹੈ ਕਿ ਉਹਨਾਂ ਨੂੰ ਟਿਪਸ 'ਤੇ ਹੋਵੇ ਕਿ ਅਸੀਂ ਕਿਹੜੀ ਚੀਜ਼ ਦੇ ਵਿੱਚੋਂ ਕਿੰਨੇ ਨੰਬਰ ਲੈਣੇ ਆ ਔਰ ਸਾਡਾ ਕਿੱਥੇ ਲੋਸ ਹੋ ਸਕਦਾ, ਔਰ ਉਹਦੇ ਨਾਲ ਬੱਚੇ ਦੀ ਇੱਕ ਪ੍ਰੋਪਰ ਵੇ ਨਾਲ ਤਿਆਰੀ ਹੋ ਜਾਂਦੀ ਹੈ ਔਰ ਜਿੰਦਾ ਪ੍ਰੀਖਿਆ ਦੇ ਵਿੱਚ ਬੈਠ ਕੇ ਉਦੋਂ ਪੂਰਾ ਫਾਇਦਾ ਲੈ ਸਕਦਾ। ਜੀ, ਤੁਸੀਂ ਨੋਟਸ ਦੀ ਗੱਲ ਕੀਤੀ ਆ, ਗਾਈਡਸ ਦੀ ਗੱਲ ਕੀਤੀ ਆ, ਫਿਰ ਮਾਡਲ ਟੈਸਟ ਪੇਪਰਸ ਵਗੈਰਾ ਆ ਜਾਂਦੇ ਆ। ਇਹ ਕੀ ਪ੍ਰੀਖਿਆ ਦੇ ਵਿੱਚ ਇਹ ਵੀ ਬੱਚੇ ਵਾਸਤੇ ਵਧੀਆ ਸਾਬਤ ਹੁੰਦੇ ਆ? ਬਿਲਕੁਲ ਗਗਨ ਜੀ, ਸਭ ਤੋਂ ਬਿਹਤਰੀਨ ਚੀਜ਼ ਤਾਂ ਇਹ ਹੈ ਕਿ ਜੇ ਅਧਿਆਪਕ ਪ੍ਰਸ਼ਨ ਦੇ ਉੱਤਰ ਕਰਵਾਵੇ, ਖੁਦ ਕਰਵਾਵੇ ਔਰ ਬੱਚਾ ਉਹਨਾਂ ਪ੍ਰਸ਼ਨਾਂ ਨੂੰ
ਕਾਪੀਆਂ ਤੇ ਲਿਖੇ। ਇਹਦੇ ਨਾਲ ਦੋ ਫਾਇਦੇ ਹੁੰਦੇ ਆ। ਜੀ। ਇੱਕ ਤਾਂ ਇਹ ਜਿਹੜੀ ਮਨੋਵਿਗਿਆਨ ਇਹ ਕਹਿੰਦਾ ਕਿ ਜਿਹੜੀ ਚੀਜ਼ ਅਸੀਂ ਸੁਣ ਕੇ ਸਮਝ ਕੇ ਤੇ ਉਹਨੂੰ ਇੱਕ ਵਾਰੀ ਲਿਖ ਲਿਆ ਤਾਂ ਉਹਦੀ ਲਿਖੀ ਹੋਈ ਚੀਜ਼ ਦੇ ਨਾਲ ਸਾਨੂੰ ਇਹ ਫਾਇਦਾ ਹੁੰਦਾ ਕਿ ਉਹ ਸਾਡੇ ਦਿਮਾਗ ਤੇ ਛਪ ਜਾਂਦੀ ਹੈ ਜੀ। ਔਰ ਦੁਬਾਰਾ ਉਹਨੂੰ ਪੜ੍ਹਨ ਤੇ ਉਹ 100% ਸਾਨੂੰ ਉਹਦਾ ਬੈਕਅਪ ਮਿਲ ਜਾਂਦਾ ਹੈ। ਜੀ। ਦੂਜੀ ਗੱਲ ਇਹ ਹੈ ਕਿ ਜੇਕਰ ਉਹ ਬੱਚੇ ਨੇ ਨੋਟਸ ਬਣਾ ਲਏ ਆ ਔਰ ਉਹਨਾਂ ਦੇ ਸੰਖੇਪ ਇੱਕ ਪ੍ਰਸ਼ਨ ਜੇ ਇੱਕ ਚੈਪਟਰ ਨੂੰ ਇੱਕ ਪੇਜ ਤੇ ਲੈ ਆਉਂਦਾ ਤਾਂ ਉਹਨੂੰ ਪ੍ਰੀਖਿਆਵਾਂ ਦੇ ਨੇੜੇ ਇੰਨਾ ਜ਼ਿਆਦਾ ਫਾਇਦਾ ਹੋਏਗਾ ਕਿ ਜਿਹੜਾ ਪਾਠ ਉਹਨੂੰ ਪੜ੍ਹਨ ਤੇ 2 ਦਿਨ ਲੱਗਣੇ ਸੀਗੇ ਜਾਂ 2 ਦਿਨ 'ਚ ਉਹਦੀ ਤਿਆਰੀ ਹੋਣੀ ਸੀਗੀ, ਉਹ ਉਸ ਪਾਠ ਦੀ ਤਿਆਰੀ ਕੇਵਲ ਤੇ ਕੇਵਲ 5 ਮਿੰਟ ਦੇ ਵਿੱਚ ਕਰ ਪਾਊਗਾ। ਤਾਂ ਮੈਂ ਇਹ ਸਮਝਦਾ ਕਿ ਜਿਹੜੇ ਬੱਚੇ ਦੇ ਖੁਦ ਦੇ ਬਣਾਏ ਨੋਟਸ ਆ ਉਸ ਤੋਂ ਬਿਹਤਰੀਨ ਕੋਈ ਗਾਈਡ ਨਹੀਂ ਹੋ ਸਕਦੀ, ਕੋਈ ਹੋਰ ਚੀਜ਼ ਨਹੀਂ ਹੋ ਸਕਦੀ। ਹਾਂ, ਜਿਹੜੇ ਮੋਡਲ ਟੈਸਟ ਪੇਪਰ ਆ ਜਾਂ ਕੋਈ ਸੈਂਪਲ ਟੈਸਟ ਪੇਪਰ ਆ ਉਹ ਅੱਜ ਕੱਲ੍ਹ ਬੋਰਡ ਦੀ ਸਾਈਟ ਦੇ ਉੱਪਰ ਵੀ ਪਾ ਦਿੱਤੇ ਜਾਂਦੇ ਆ, ਵਿਦਿਆਰਥੀਆਂ ਨੂੰ ਬੜੀ ਸਹੂਲਤ ਮਿਲ ਰਹੀ ਹੈ ਇਹਨਾਂ ਨਾਲ। ਹਾਂ, ਉਹਦੇ ਨਾਲ ਪ੍ਰੀਖਿਆਵਾਂ ਦੇ ਨੇੜੇ ਇੱਕ ਅਭਿਆਸ ਕੀਤਾ ਜਾ ਸਕਦਾ ਤਾਂ ਕਿ ਅਸੀਂ ਉਸ ਜੰਗ ਨੂੰ ਜਿਹਦੇ 'ਚ ਅਸੀਂ ਲੜਨਾ ਹੁੰਦਾ ਇੱਕ ਅਭਿਆਸ ਹੋ ਜਾਵੇ, ਉਹਦੀ ਇੱਕ ਡਰਿਲ ਹੋ ਜਾਵੇ ਕਿ ਕੀ ਮੈਂ ਸਮੇਂ ਦੇ ਵਿੱਚ ਪੇਪਰ ਕਰ ਪਾ ਰਿਹਾ ਜਾਂ ਮੈਂ ਪੇਪਰ ਦੇਣਾ ਤਾਂ ਮੈਨੂੰ ਕਿਹੜੇ ਪ੍ਰੋਬਲਮ ਕਿਹੜੇ ਪ੍ਰਸ਼ਨਾਂ ਦੇ ਵਿੱਚ ਸਮੱਸਿਆ ਆਉਂਦੀ ਹੈ ਜਾਂ ਕਿਹੜੇ ਕੁਐਸਚਨ ਮੈਂ ਬੜੀ ਜਲਦੀ ਕਰ ਲੈਂਦਾ, ਕਿਹੜੇ ਪ੍ਰਸ਼ਨ ਮੇਰੇ ਕੋਲੋਂ ਹੁੰਦੇ ਨਹੀਂ ਜਾਂ ਮੈਨੂੰ ਨੂਮੈਰੀਕਲ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਤਾਂ ਜਦੋਂ ਅਭਿਆਸ ਕਰੇਗਾ ਤਾਂ ਉਹਨੂੰ ਆਪਦੀਆਂ ਕਮੀਆਂ ਦਾ ਪਤਾ ਲੱਗੇਗਾ। ਲਿਖਣ ਦਾ ਅਭਿਆਸ ਕਿੰਨਾ ਕੁ ਜ਼ਰੂਰੀ ਹੈ? ਹਾਂ, ਲਿਖਣ ਦੇ ਅਭਿਆਸ ਤੋਂ ਬਿਨਾਂ ਬੇਸਿਕਲੀ ਜਦੋਂ ਬੱਚੇ ਨੇ ਪ੍ਰੀਖਿਆ ਦੇਣੀ ਹੈ ਤਾਂ ਉਸ ਪ੍ਰੀਖਿਆ ਦੇ ਵਿੱਚ ਬੈਠ ਕੇ ਉਹਨੂੰ ਲਿਖਣਾ ਪੈਣਾ। ਚਾਹੇ ਉਹ ਕਵੇ ਕਿ ਮੇਰੇ ਕੋਲ ਬਹੁਤ ਗਿਆਨ ਹੈ, ਮੈਂ ਬਹੁਤ ਰੱਟਾ ਲਾਇਆ ਹੋਇਆ ਔਰ ਮੈਂ ਹਰ ਚੀਜ਼ ਨੂੰ ਸਮਝਿਆ ਹੋਇਆ, ਪਰ ਜੋ ਉਹਦਾ ਪ੍ਰਦਰਸ਼ਨ ਹੈ ਉਸ 3 ਘੰਟੇ ਦੇ ਵਿੱਚ ਜਾਂ 2 ਘੰਟੇ ਦੇ ਵਿੱਚ ਜਿਹੜਾ ਉਹਨੇ ਪ੍ਰਦਰਸ਼ਨ ਦੇਣਾ ਇਹ ਬਹੁਤ ਜ਼ਰੂਰੀ ਹੈ ਔਰ ਉਹਦੇ ਤੇ ਬੇਸ ਤੇ ਹੀ ਉਹਦਾ ਮੁਲਾਂਕਣ ਹੋਣਾ, ਉਹਦੀ ਪ੍ਰੀਖਿਆ ਦੇ ਨੰਬਰ ਲੱਗਣੇ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਫਾਈਨਲ ਪ੍ਰੀਖਿਆ 'ਚ ਬੈਠਣ ਤੋਂ ਪਹਿਲਾਂ 2 ਵਾਰ 4 ਵਾਰ 10 ਵਾਰ ਜਿੰਨੀ ਵਾਰੀ ਵੱਧ ਹੋ ਸਕੇ ਉਹਦਾ ਲਿਖਣ ਦਾ ਅਭਿਆਸ ਹੋਣਾ ਚਾਹੀਦਾ। ਉਸੇ ਟਾਈਮ ਦੇ ਵਿੱਚ ਉਨੇ ਟਾਈਮ ਦੇ ਵਿੱਚ ਉਸੇ ਤਰ੍ਹਾਂ ਦੇ ਪ੍ਰਸ਼ਨ ਪੱਤਰ ਉਹਨੂੰ ਹੱਲ ਕਰਨੇ ਚਾਹੀਦੇ ਆ ਤਾਂ ਕਿ ਉਹਨੂੰ ਆਪਦੇ ਟਾਈਮ ਦੀ ਲਿਮਿਟ ਪਤਾ ਲੱਗ ਜਾਵੇ, ਇੱਕ ਉਹਦਾ ਅਭਿਆਸ ਹੋ ਜਾਵੇ। ਬਹੁਤ ਸਾਰੇ ਬੱਚੇ ਤੁਸੀਂ ਇਸ ਤਰ੍ਹਾਂ ਵੀ ਵੇਖੇ ਹੋਣੇ ਕਿ ਪਹਿਲੇ ਪੇਪਰ ਵਾਲੇ ਦਿਨ ਆਪਣੇ ਹੱਥਾਂ ਨੂੰ ਘੁੱਟਦੇ ਨਜ਼ਰ ਆਉਂਦੇ ਆ ਕਿ ਹੱਥ ਥੱਕ ਗਏ। ਉਹਦਾ ਕਾਰਨ ਇਹ ਹੁੰਦਾ ਕਿ ਉਹਨਾਂ ਨੇ ਅਭਿਆਸ ਨਹੀਂ ਕੀਤਾ ਹੁੰਦਾ ਔਰ ਉਹ ਥਕਾਵਟ ਮਹਿਸੂਸ ਕਰਦੇ ਔਰ ਉਹਨਾਂ ਨੂੰ ਲਿਖਣ 'ਚ ਵੀ ਸਮੱਸਿਆ ਆਉਂਦੀ। ਜੀ, ਕਦੇ ਕਦਾਈ ਮਿੱਤਰੋ ਸਿੱਕੇ ਖੋਟੇ ਵੀ ਕਮਾਉਂਦੇ ਨੇ, ਪਾਸ ਹੋਣ ਦੇ ਲਈ ਕਦੇ ਕਦੇ ਘੋਟੇ ਵੀ ਕਮਾਉਂਦੇ। ਬਿਲਕੁਲ ਬਿਲਕੁਲ। ਕਿੰਨਾ ਕਾਰਗਰ ਸਾਬਤ ਹੁੰਦਾ ਘੋਟਾ? ਅਸਲ 'ਚ ਇੱਕ ਤੁੱਕਾ ਜੇ ਲੱਗ ਜਾਵੇ ਤਾਂ ਤੀਰ ਹੈ, ਅਦਰਵਾਈਜ਼ ਤੁੱਕਾ ਵੀ ਹੈ ਨਹੀਂ। ਤੁੱਕਾ ਵੀ ਹੈ ਨਹੀਂਗਾ। ਜਿਹੜਾ ਘੋਟਾ ਆ ਉਹ ਤੁਹਾਨੂੰ ਕਿਸੇ ਵੇਲੇ ਵੀ ਫੇਲ ਕਰ ਸਕਦਾ। ਘੋਟਾ ਲਗਾਉਣਾ ਸਿਰਫ ਰੱਟੀ ਹੋਈ ਚੀਜ਼ ਨੂੰ ਯਾਦ ਕਰਕੇ ਤੇ ਉਹਨੂੰ ਲਿਖਣ ਦੀ ਕੋਸ਼ਿਸ਼ ਕਰਨਾ, ਉਹਦੇ ਨਾਲ ਹੁੰਦਾ ਕੀ ਹੈ ਕਿ ਇੱਕ ਸ਼ਬਦ ਵੀ ਜੇਕਰ ਸਕਿਪ ਹੋ ਗਿਆ ਤੁਹਾਡਾ, ਇੱਕ ਸ਼ਬਦ ਵੀ ਤੁਹਾਨੂੰ ਭੁੱਲ ਗਿਆ ਤਾਂ ਤੁਹਾਨੂੰ ਉਸ ਤੋਂ ਅਗਲੀਆਂ ਲਾਈਨਾਂ ਜਿਹੜੀਆਂ ਉਹ ਬਿਲਕੁਲ ਕਲੀਅਰ ਨਹੀਂ ਹੋਣਗੀਆਂ ਔਰ ਤੁਹਾਨੂੰ ਇਹ ਧਿਆਨ ਵੀ ਨਹੀਂ ਰਹੇਗਾ ਕਿ ਮੈਂ ਕਿਸ ਪ੍ਰਸ਼ਨ ਦਾ ਉੱਤਰ ਦੇ ਰਿਹਾ ਔਰ ਉਹਦੇ ਉੱਤਰ ਦੇ ਵਿੱਚ ਜਵਾਬ ਕੀ ਦੇਣਾ। ਸਿਰਫ ਘੋਟਾ ਲੱਗਾ ਹੁੰਦਾ, ਇਹਦੇ ਤੇ ਬਹੁਤ ਸਾਰੀਆਂ ਸਕਿੱਟ ਵੀ ਬਣੀਆਂ ਔਰ ਹਾਸੇ ਮਜ਼ਾਕ ਵੀ ਹੁੰਦੇ। ਤਾਂ ਘੋਟਾ ਜਿਹੜਾ ਜ਼ਿੰਦਗੀ 'ਚ ਕਾਮਯਾਬ ਨਹੀਂ ਕਰ ਸਕਦਾ ਕਿਸੇ ਵਿਦਿਆਰਥੀ ਨੂੰ। ਉਹਦੇ ਵਾਸਤੇ ਜ਼ਰੂਰੀ ਹੈ ਕਿ ਉਹ ਸਖਤ ਮਿਹਨਤ ਕਰੇ, ਇਸ ਤੋਂ ਵੱਡਾ ਕੋਈ ਇਲਾਜ ਨਹੀਂ ਹੈਗਾ। ਮਤਲਬ ਕ੍ਰੈਮਿੰਗ ਜਿਹੜੀ ਹੈਗੀ ਆ ਉਹ ਸਭ ਤੋਂ ਵੱਧ ਹਾਨੀਕਾਰਕ ਹੋ ਸਕਦੀ ਆ। ਇਸ ਤੋਂ ਪਹਿਲਾਂ ਆਪਾਂ ਜਿਹੜਾ ਹੈ ਉਹਨੂੰ ਪੂਰੇ ਤਰੀਕੇ ਦੇ ਨਾਲ ਪ੍ਰੈਕਟੀਕਲੀ ਕਰਦੇ ਹਾਂ, ਸਮਝਿਆ ਜੀ, ਹਾਂਜੀ, ਉਹਨੂੰ ਉਤਾਰਿਆ ਹੋਵੇ ਫਿਰ ਉਹਦਾ ਨਤੀਜਾ ਨਿਕਲ ਸਕਦਾ। ਪ੍ਰੈਕਟੀਕਲ ਤੇ ਹੁਣ ਆਪਾਂ ਆ ਜਾਈਏ। ਜੀ ਹਾਂਜੀ, ਪ੍ਰੈਕਟੀਕਲ ਦੇ ਬਹੁਤ ਸਾਰੇ ਵਿਸ਼ੇ ਹੁੰਦੇ ਨੇ, ਉਹਨਾਂ ਦੀ ਤਿਆਰੀ, ਉਹਨਾਂ ਦਾ ਢੰਗ ਤਰੀਕਾ ਕਿਹੋ ਜਿਹਾ ਹੋਣਾ ਚਾਹੀਦਾ? ਹਾਂ, ਪ੍ਰੈਕਟੀਕਲ ਵਿਸ਼ਿਆਂ ਦੇ ਵਿੱਚ ਜਿਹੜਾ ਪ੍ਰੈਕਟੀਕਲ ਵਿਸ਼ਾ ਹੈ ਅਸਲ 'ਚ ਸਮਝ ਵੀ ਸਾਨੂੰ ਜ਼ਿਆਦਾ ਉਹੀ ਦਿੰਦਾ ਜੀ, ਜਿਹਨੂੰ ਅਸੀਂ ਆਪਦੇ ਹੱਥਾਂ ਨਾਲ ਕਰਕੇ ਵੇਖ ਲੈਂਦੇ ਹਾਂ। ਸਾਡੇ ਕੋਲ ਫਿਜ਼ਿਕਸ ਹੈ, ਕੈਮਿਸਟਰੀ ਹੈ, ਇਵਨ ਕਿ ਹੁਣ ਮੈਥ ਦੇ ਵਿੱਚ ਵੀ ਪ੍ਰੈਕਟੀਕਲ ਆ ਗਿਆ ਜੀ ਔਰ ਇੰਗਲਿਸ਼ ਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਐਕਸਪੈਰੀਮੈਂਟ ਹੋ ਰਿਹਾ। ਤਾਂ ਪ੍ਰੈਕਟੀਕਲ ਜਿੰਨਾ ਚਿਰ ਵਿਦਿਆਰਥੀ ਕਰਦਾ ਨਹੀਂਗਾ ਉਹਨਾਂ ਚਿਰ ਇਹਦੀ ਸਿਧਾਂਤਕ ਥਿਊਰੀ ਯਾਦ ਕਰਕੇ ਇਹ ਚੀਜ਼ ਨਹੀਂ ਕਰ ਸਕਦੀਆਂ। ਸਾਡੇ ਕੋਲ ਲੈਬਸ ਹੁੰਦੀਆਂ, ਲੈਬ ਦੇ ਵਿੱਚ ਉਹ ਪ੍ਰੈਕਟੀਕਲ ਬਾਰ-ਬਾਰ ਕਰੇ। ਪ੍ਰੈਕਟੀਕਲ ਕਰਨ ਦੇ ਨਾਲ ਦੂਜਾ ਲਾਭ ਇਹ ਵੀ ਮਿਲਦਾ, ਜੋ ਅਸੀਂ ਪੜ੍ਹਿਆ ਹੁੰਦਾ, ਜੋ ਅਸੀਂ ਪ੍ਰੀਖਿਆ ਦੇ ਵਿੱਚ ਲਿਖਣਾ ਹੁੰਦਾ, ਉਹਦਾ ਵੀ ਸਾਨੂੰ ਇੰਨਾ ਜ਼ਿਆਦਾ ਇੱਕ ਮੰਨਣ ਹੋ ਜਾਂਦਾ, ਇੰਨੀ ਜ਼ਿਆਦਾ ਤਿਆਰੀ ਹੋ ਜਾਂਦੀ ਹੈ ਕਿ ਸਾਨੂੰ ਰੱਟਾ ਲਾਉਣ ਦੀ ਲੋੜ ਨਹੀਂ ਪੈਂਦੀ ਜਾਂ ਉਹਨੂੰ ਘੋਟਾ ਲਾਉਣ ਦੀ ਲੋੜ ਨਹੀਂ ਪੈਂਦੀ। ਜੇਕਰ ਅਸੀਂ ਆਪਦੇ ਹੱਥਾਂ ਨਾਲ ਪ੍ਰੈਕਟੀਕਲ ਕਰਕੇ ਵੇਖ ਲਿਆ ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਨੂੰ ਪੇਪਰ 'ਚ ਸਹਿਜੇ ਹੀ ਲਿਖਣ ਦੇ ਕਾਬਲ ਬਣ ਜਾਂਦੇ ਹਾਂ। ਜੀ, ਕਈ ਵਾਰੀ ਨਾ ਬੱਚਾ ਨਰਵਸ ਹੋ ਜਾਂਦਾ ਪੇਪਰਾਂ ਦਾ ਨਾਂ ਸੁਣ ਕੇ, ਕਿਉਂਕਿ ਪੜ੍ਹਿਆ ਤਾਂ ਹੁੰਦਾ ਨਹੀਂ, ਪਰ ਕਈ ਵਾਰੀ ਪੜ੍ਹਿਆ ਹੁੰਦਾ, ਉਹ ਫਿਰ ਪੇਪਰ ਦੇਣ ਜਾਂਦਾ ਤੇ ਉਸ ਵੇਲੇ ਜਦੋਂ ਉਹ ਪੇਪਰ ਦੇਣ ਜਾ ਰਿਹਾ ਉਸ ਵੇਲੇ ਮਾਪਿਆਂ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ? ਜੀ ਗਗਨ ਜੀ, ਮੈਂ ਸਮਝਦਾ ਕਿ ਜਦੋਂ ਬੱਚਾ ਨਰਵਸ ਹੁੰਦਾ 2 ਤਰੀਕੇ ਹੁੰਦੇ ਆ। ਇੱਕ ਤਾਂ ਉਹ ਬੱਚਾ ਹੁੰਦਾ ਕਿ ਜਿਹਨੇ ਤਿਆਰੀ ਕੀਤੀ ਨਹੀਂ ਹੁੰਦੀ, ਇਸ ਕਰਕੇ ਨਰਵਸ ਹੁੰਦਾ। ਕੁਝ ਬੱਚੇ ਬਹੁਤ ਜ਼ਿਆਦਾ ਤਿਆਰੀ ਕੀਤੀ ਹੁੰਦੀ ਹੈ, ਜਿਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਮੈਂ ਮੈਰਿਟ ਵਿੱਚ ਆਉਣਾ, ਮੈਂ ਬਹੁਤ ਪਹਿਲੇ ਨੰਬਰ ਤੇ ਆਉਣਾ, ਉਹ ਵੀ ਕਈ ਵਾਰੀ ਨਰਵਸ ਹੋ ਜਾਂਦੇ, ਨਰਵਸਨੈਸ ਦਾ ਸ਼ਿਕਾਰ ਹੋ ਜਾਂਦੇ ਆ। ਤਾਂ ਜਦੋਂ ਪੇਪਰ ਦੇਣ ਜਾ ਰਹੇ ਆ ਬੱਚੇ ਤਾਂ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ
ਕਿ ਕਿਤੇ ਉਹ ਓਵਰ ਕੌਨਫੀਡੈਂਟ ਤਾਂ ਨਹੀਂ ਹੋ ਗਈ, ਇਸ ਕਰਕੇ ਤਾਂ ਨਹੀਂ ਉਹ ਹਚਕਚਾਹਟ ਦੇ ਵਿੱਚ ਆ ਰਹੇ, ਜਾਂ ਜੇਕਰ ਉਹਨਾਂ ਨੇ ਤਿਆਰੀ ਘੱਟ ਕੀਤੀ ਹੈ ਤਾਂ ਵੀ ਉਹਨਾਂ ਦਾ ਮਨੋਬਲ ਚੱਕਣਾ ਮਾਪਿਆਂ ਦੀ ਜ਼ਿੰਮੇਵਾਰੀ ਬਣ ਜਾਂਦਾ। ਉਹਨਾਂ ਦੇ ਨਾਲ ਸਹਿਯੋਗ ਕਰਨਾ, ਉਹਨਾਂ ਨੂੰ ਹਿੰਮਤ ਦੇਣ ਕਿ ਕੋਈ ਗੱਲ ਨਹੀਂ, ਅੱਜ ਵੀ ਸਮਾਂ ਹੈ, ਤੇਰੇ ਕੋਲ ਅੱਜ 10 ਦਿਨ ਹੈ, ਤੇਰੇ ਕੋਲ ਅੱਜ 5 ਦਿਨ ਹੈ, ਹੁਣ ਵੀ ਜੇਕਰ ਤੂੰ ਹਿੰਮਤ ਕਰੇ ਤਾਂ ਤੂੰ ਪੇਪਰ 'ਚ ਪਾਸ ਹੋ ਸਕਦਾ ਹੈ। ਮਾਪਿਆਂ ਦਾ ਮੋਰਲ ਸਪੋਰਟ ਦੇਣ ਨਾਲ ਬੱਚੇ ਦਾ ਬਹੁਤ ਫਾਇਦਾ ਹੋ ਸਕਦਾ। ਪ੍ਰਿੰਸੀਪਲ ਸਾਹਿਬ, ਕੱਲੀ ਮਾਪਿਆਂ ਦੀ ਜ਼ਿੰਮੇਵਾਰੀ ਨਹੀਂ, ਜ਼ਿੰਮੇਵਾਰੀ ਹੁਣ ਆਪਣੀ ਵੀ ਬਣਦੀ। ਬਿਲਕੁਲ ਜੀ, ਬਿਲਕੁਲ। ਵੀ ਆਪਾਂ ਵੀ ਜਿਹੜਾ ਹੈ ਨਾ ਗੱਲਾਂ ਨੂੰ ਥੋੜਾ ਜਿਹਾ ਵਿਰਾਮ ਦੇ ਕੇ ਕੁਝ ਰੂਹ ਦੀ ਗ਼ਜ਼ਾ ਦੇ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਨਾ ਉਤਪੋਤ ਕਰੀਏ ਵੀ ਹਾਂ ਵੀ ਆਪਾਂ ਵੀ ਨੱਚ ਸਕਦੇ ਹਾਂ, ਥੋੜਾ ਜਿਹਾ ਹੈ ਨਾ ਹਰਸ਼ੋਲਾਸ ਦੇ ਵਿੱਚ ਪਹੁੰਚੀਏ। ਬਿਲਕੁਲ ਜੀ। ਲਓ ਫਿਰ ਇੱਕ ਗੀਤ ਜਿਹੜਾ ਹੈ ਉਹ ਸੁਣਦੇ ਆਪਾਂ। ਜ਼ਰੂਰ। ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ, ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ। ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ, ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ। ਸੱਗਿਆਂ ਭਰਾਵਾਂ ਵਾਂਗੂ ਯਾਰਾਂ ਵਿੱਚ ਖੜੀਏ, ਨਿੱਕੀ ਨਿੱਕੀ ਗੱਲ ਉੱਤੇ ਕਦੇ ਵੀ ਨਾ ਲੜੀਏ। ਨਿੱਕੀ ਨਿੱਕੀ ਗੱਲ ਉੱਤੇ ਕਦੇ ਵੀ ਨਾ ਲੜੀਏ। ਐਵੇਂ ਮਿਲਣਾ ਕਿ ਲੋਕਾਂ ਨਾਲ ਲੜਾਈਆਂ ਕਰਕੇ, ਐਵੇਂ ਮਿਲਣਾ ਕਿ ਲੋਕਾਂ ਨਾਲ ਲੜਾਈਆਂ ਕਰਕੇ। ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ, ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ। ਨਾਮ ਤੁਸੀਂ ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ, ਉੱਚਾ ਕਰ ਦਿਓ ਨਾਮ। ਦੋਸਤੋ, ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚੇ ਪ੍ਰੀਖਿਆਵਾਂ ਦੇ ਵਿੱਚ ਬਿਲਕੁਲ ਨਰਵਸ ਨਾ ਹੋਣ, ਬਿਲਕੁਲ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਡਰ ਨਾ ਲੱਗੇ, ਕੋਈ ਭੈ ਨਾ ਲੱਗੇ। ਪਰ ਫਿਰ ਵੀ ਕਿਤੇ ਨਾ ਕਿਤੇ ਲੱਗਦਾ ਹੈ ਡਰ, ਜਾਂ ਫਿਰ ਕੋਈ ਭੈ ਲੱਗਦਾ ਹੈ, ਜਾਂ ਫਿਰ ਕਿਸੇ ਤਰ੍ਹਾਂ ਵੀ ਕੋਈ ਸਮੱਸਿਆ ਹੈਗੀ ਆ। ਸਾਰੀਆਂ ਸਮੱਸਿਆਵਾਂ ਦਾ ਹੱਲ ਪ੍ਰਿੰਸੀਪਲ ਸਾਹਿਬ ਹੌਲੀ ਹੌਲੀ ਕਰਕੇ ਆਪਾਂ ਇਹਨਾਂ ਕੋਲ ਲੈ ਰਹੇ ਹਾਂ। ਪ੍ਰਿੰਸੀਪਲ ਸਾਹਿਬ, ਜਦੋਂ ਬੱਚਾ ਪੇਪਰ ਫੜਦਾ ਜੀ, ਇੱਕਦਮ ਬਲੈਂਕ ਹੋ ਜਾਂਦਾ ਜੀ, ਨਰਵਸਨੈਸ ਇੰਨੀ ਜ਼ਿਆਦਾ ਹੋ ਜਾਂਦੀ ਉਸ ਵੇਲੇ ਫਿਰ ਉਸ ਸਥਿਤੀ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ? ਇਹ ਬੇਸਿਕਲੀ ਜਿਹੜਾ ਇੱਕੋਦਮ ਪੇਪਰ ਹੱਥ 'ਚ ਆਉਂਦਾ ਬਲੈਂਕ ਹੋ ਜਾਣਾ, ਇਹਦਾ ਕਈ ਕਾਰਨ ਹੋ ਸਕਦੇ। ਕਈ ਵਾਰੀ ਬੱਚੇ ਮੈਂ ਵੇਖਿਆ ਕਿ ਪੇਪਰ ਤੋਂ 1 ਮਿੰਟ ਪਹਿਲਾਂ ਤੱਕ ਵੀ ਆਪਦੇ ਨੋਟਸ ਪੜ੍ਹਦੇ ਰਹਿੰਦੇ ਆ। ਬਿਲਕੁਲ। ਤਾਂ ਉਹਨਾਂ ਤੇ ਸਟ੍ਰੈਸ ਜਾਂ ਇਹਨਾਂ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਹੋ ਜਾਂਦਾ, ਜਾਂ ਕਈ ਵਾਰੀ ਉਹਨਾਂ ਨੇ ਮੰਨ ਲਿਆ ਹੁੰਦਾ ਕਿ ਆਹ ਕੁਐਸਚਨ ਪੇਪਰ ਜਾਂ ਕੋਈ ਸੈਂਪਲ ਪੇਪਰ ਹੈ ਸਾਡੇ ਕੋਲ, ਇਹ 100% ਇਸੇ ਤਰ੍ਹਾਂ ਆ ਜਾਣਾ।
ਤਾਂ ਜਦੋਂ ਇੱਕ ਵੀ ਪ੍ਰਸ਼ਨ ਉਹਨਾਂ ਨੂੰ ਐਂ ਲੱਗਦਾ ਕਿ ਪਹਿਲਾ ਪ੍ਰਸ਼ਨ ਹੀ ਪੜਿਆ ਤੇ ਉਹਨਾਂ ਨੇ ਕਿਤੇ ਪੜਿਆ ਨਹੀਂ ਸੀਗਾ ਜਾਂ ਉਹਨਾਂ ਦੇ ਧਿਆਨ 'ਚ ਨਹੀਂ, ਤਾਂ ਉਹ ਬਿਲਕੁਲ ਬਲੈਂਕ ਹੋ ਜਾਂਦੇ ਆ ਕਿ ਜਿਵੇਂ ਹੁਣ ਮੈਂ ਪੇਪਰ ਕਿਵੇਂ ਕਰਾਂਗਾ। ਤਾਂ ਇੱਥੇ ਵਿਦਿਆਰਥੀਆਂ ਨੂੰ ਇਹ ਸੁਝਾਅ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਪ੍ਰਸ਼ਨ ਨਹੀਂ ਹੁੰਦਾ ਜਿਹਦਾ ਤੁਸੀਂ ਉੱਤਰ ਨਹੀਂ ਦੇ ਸਕਦੇ। ਵੱਖਰੀ ਗੱਲ ਹੈ ਕਿ ਤੁਸੀਂ ਉਹ ਪ੍ਰਸ਼ਨ ਨੂੰ ਬਾਅਦ ਵਿੱਚ ਅਟੈਂਪਟ ਕਰ ਲਓ, ਇੱਥੇ ਬਲੈਂਕ ਹੋਣ ਦੀ ਜਾਂ ਇੱਥੇ ਨਰਵਸ ਹੋਣ ਦੀ ਜ਼ਰੂਰਤ ਨਹੀਂ। ਔਰ ਇਹ ਨਰਵਸਨੈਸ ਜੇਕਰ ਬੱਚਾ ਨਾਲ ਮੈਡੀਟੇਸ਼ਨ ਵੀ ਕਰੇ, ਪ੍ਰੀਖਿਆ ਦੀ ਤਿਆਰੀ ਵੀ ਕਰੇ, ਤੇ ਪ੍ਰੀਖਿਆ ਤੋਂ ਕੁਝ ਘੰਟੇ ਪਹਿਲਾਂ ਜਾਂ ਬੇਸ਼ੱਕ ਇੱਕ ਦਿਨ ਪਹਿਲਾਂ ਹੀ ਰਿਲੈਕਸ ਹੋ ਜਾਵੇ ਬਿਲਕੁਲ, ਜੋ ਉਹਨੇ ਯਾਦ ਕੀਤਾ ਤੁਰਦਾ ਫਿਰਦਾ, ਸੈਰ ਕਰਦਾ, ਪਾਰਕ ਦੇ ਵਿੱਚ ਤੁਰਿਆ ਫਿਰਦਾ, ਉਹਨੂੰ ਆਪਦੇ ਮਨ ਦੇ ਵਿੱਚ ਹੀ ਮਨਨ ਕਰਦਾ ਰਹੇ, ਤਾਂ ਇਹ ਸਥਿਤੀ ਆਉਣ ਦੀ ਸੰਭਾਵਨਾ ਬਹੁਤ ਘੱਟ ਹੋਏਗੀ। ਦੂਜੀ ਗੱਲ, ਜੇ ਇਹ ਚੀਜ਼ ਹੋ ਵੀ ਜਾਂਦੀ ਆ ਤਾਂ ਉਹਨੂੰ ਜਿਹੜਾ ਉੱਥੇ ਉਹਨਾਂ ਦਾ ਨਿਗਰਾਨ ਅਮਲਾ ਹੈ ਜਾਂ ਕੋਈ ਪਾਣੀ ਪੀ ਕੇ ਔਰ ਨਾਲ ਜੇਕਰ ਉਹਨੂੰ ਕੋਈ ਹੌਸਲਾ ਮਿਲ ਜਾਵੇ ਤਾਂ ਮੇਰਾ ਖਿਆਲ ਹੈ ਕਿ ਉਹ ਬੱਚਾ ਬਹੁਤ ਵਧੀਆ ਪਰਫਾਰਮ ਕਰ ਸਕਦਾ। ਨਰਵਸਨੈਸ ਹੀ ਇਹਦਾ ਮੇਨ ਕਾਰਨ ਹੁੰਦੀ ਹੈ, ਜਾਂ ਫਿਰ ਇਹ ਹੁੰਦਾ ਕਿ ਜਿਹੜਾ ਉਹਦੇ ਮਨ 'ਚ ਧਾਰਿਆ ਹੁੰਦਾ ਕਿ ਜੋ ਪ੍ਰਸ਼ਨ ਆਉਣੇ ਆ ਉਹਨੂੰ ਨਹੀਂ ਦਿਸਦੇ ਤੇ ਉਹਦੇ ਨਾਲ ਉਹ ਬਲੈਂਕ ਹੋ ਜਾਂਦਾ। ਪਹਿਲਾ ਪੇਪਰ ਪਾਉਂਦਾ ਬੱਚਾ ਤੇ ਪਹਿਲਾ ਪੇਪਰ ਜਿਹੜਾ ਹੈ ਉਹ ਮਾੜਾ ਹੋ ਜਾਂਦਾ, ਮਤਲਬ ਕਿ ਉਹਨੂੰ ਲੱਗਦਾ ਵੀ ਮੈਂ ਜਿੰਨਾ ਯਾਦ ਕੀਤਾ ਸੀ, ਜਿੰਨਾ ਕਰ ਸਕਦਾ ਸੀ, ਉਹ ਨਹੀਂ ਕਰ ਹੋਇਆ, ਉਹਦਾ ਸਾਰੇ ਪੇਪਰਾਂ ਤੇ ਅਸਰ ਹੁੰਦਾ। ਬਿਲਕੁਲ ਬਿਲਕੁਲ। ਇਹੋ ਜਿਹੀ ਸਥਿਤੀ ਨਾਲ ਕਿੱਦਾਂ ਨਜਿੱਠੀਏ ਫਿਰ, ਕਿਉਂਕਿ ਪ੍ਰਭਾਵ ਤਾਂ ਪਿਆ ਹੁੰਦਾ ਨਾ। ਜੀ ਜੀ ਗਗਨ ਜੀ, ਬੜੀ ਪ੍ਰੈਕਟੀਕਲ ਗੱਲ ਹੈ। ਅਕਸਰ ਇਹ ਹੁੰਦਾ ਕਿ ਔਖਾ ਵਿਸ਼ਾ ਜਿਹੜਾ ਪਹਿਲੇ ਨੰਬਰ ਤੇ ਹੁੰਦਾ, ਪੰਜਾਬੀਆਂ ਦੇ ਵਿੱਚ ਜਿਵੇਂ ਅੰਗਰੇਜ਼ੀ ਨੂੰ ਅਸੀਂ ਬੜਾ ਔਖਾ ਮੰਨਦੇ ਹਾਂ, ਤਾਂ ਅੰਗਰੇਜ਼ੀ ਦਾ ਪੇਪਰ ਹੋਇਆ ਤੇ ਉਹਦੇ ਵਿੱਚ ਹੀ ਬੱਚਾ ਜੋ ਚਾਹੁੰਦਾ ਸੀਗਾ ਉਸ ਤਰ੍ਹਾਂ ਦਾ ਪਰਫਾਰਮ ਨਹੀਂ ਕਰ ਪਾਇਆ, ਤਾਂ ਉਹਦੇ ਨਾਲ ਉਹਨੂੰ ਇਹ ਸੋਚਣਾ ਪਏਗਾ ਜਾਂ ਉਹਨੂੰ ਇਸ ਤਰ੍ਹਾਂ ਦਾ ਉਹਦਾ ਮਾਈਂਡ ਮੇਕਅਪ ਕਰਨਾ ਪਏਗਾ ਮਾਪਿਆਂ ਵੱਲੋਂ ਤੇ ਟੀਚਰ ਵੱਲੋਂ ਕਿ ਜੋ ਪਹਿਲਾ ਪੇਪਰ 'ਚ ਹੋ ਗਿਆ ਉਹ ਖਤਮ ਹੋ ਗਿਆ। ਹੁਣ ਤਾਂ ਅਸੀਂ ਇਹ ਸੋਚਣਾ ਕਿ ਜੋ ਪਹਿਲੇ ਪੇਪਰ ਦੀ ਘਾਟ ਆ ਬਾਕੀ ਪੇਪਰਾਂ 'ਚੋਂ ਦੂਰ ਕਰਨੀ ਹੈ, ਬਾਕੀ ਪੇਪਰਾਂ 'ਚ ਨੰਬਰ ਵਧਾ ਕੇ ਉਹਨਾਂ 'ਚ ਮਿਹਨਤ ਕਰਕੇ ਉਹਨੂੰ ਕੌਨਫੀਡੈਂਸ ਨਾਲ ਕਰਕੇ ਤੇ ਅਸੀਂ ਉਹ ਦੂਰ ਕਰਨੀ ਹੈ। ਪਹਿਲੇ ਪੇਪਰ ਨੂੰ ਜੋ ਹੋ ਗਿਆ, ਜੋ ਬੀਤ ਗਿਆ, ਉਹਨੂੰ ਛੱਡ ਕੇ ਜਿਹੜਾ ਦੂਜਾ ਪੇਪਰ ਉਹਦੇ ਵੱਲ ਫੋਕਸ ਕਰਨਾ ਚਾਹੀਦਾ, ਤੇ ਇਹ ਉਹਦੇ ਮਨ 'ਚ ਹੋਣਾ ਚਾਹੀਦਾ ਕਿ ਜੋ ਪਹਿਲੇ ਪੇਪਰ 'ਚ ਮੇਰੇ ਨੰਬਰ ਘਟੇ ਆ ਉਹ ਮੈਂ ਬਾਕੀ ਪੇਪਰਾਂ ਦੇ ਵਿੱਚੋਂ ਕਿਵੇਂ ਕਵਰ ਕਰਨੇ ਆ। ਇਸ ਸੋਚ ਦੇ ਨਾਲ, ਇਸ ਵਿਚਾਰ ਦੇ ਨਾਲ ਜੇਕਰ ਉਹ ਚੱਲੇਗਾ, ਮਾਪੇ ਉਹਨੂੰ ਹੌਸਲਾ ਦੇਣਗੇ, ਆਪਣੇ ਟੀਚਰ ਨਾਲ ਡਿਸਕਸ਼ਨ ਕਰੇਗਾ, ਅਧਿਆਪਕ ਉਹਨੂੰ ਗਾਈਡ ਕਰੇਗਾ, ਤਾਂ ਡੈਫੀਨੇਟਲੀ ਉਹਦਾ ਮਾਈਂਡ ਮੇਕਅਪ ਹੋਏਗਾ ਔਰ ਉਹ ਬਾਕੀ ਪੇਪਰਾਂ 'ਚੋਂ ਬੜੀ ਅੱਛੀ ਪਰਫਾਰਮੈਂਸ ਕਰ ਸਕਦਾ। ਟੀਚਰਸ ਦਾ ਰੋਲ ਜਿਹੜਾ ਹੈਗਾ ਇੱਥੇ ਬਹੁਤ ਉੱਤਮ ਹੈ। ਬਿਲਕੁਲ ਜੀ, ਬਿਲਕੁਲ। ਟੀਚਰ ਜਿੰਨਾ ਗਾਈਡ ਕਰ ਸਕਦਾ ਮੇਰਾ ਖਿਆਲ ਹੈ ਕਿ ਹੋਰ ਨਹੀਂ, ਕਿਉਂਕਿ ਹਰ ਅਧਿਆਪਕ ਨੂੰ ਆਪਦੇ ਹਰ ਇੱਕ ਬੱਚੇ ਬਾਰੇ ਇੱਕ ਇੰਚ ਚੀਜ਼ ਬਾਰੇ ਪਤਾ ਹੁੰਦਾ, ਤਾਂ ਜੇਕਰ ਬੱਚਾ ਅੱਛਾ ਹੈ, ਉਹ ਕਿਸੇ ਕਾਰਨ ਕਰਕੇ ਉਹ ਪਹਿਲਾਂ ਪਰਫਾਰਮ ਨਹੀਂ ਕਰ ਪਾਇਆ, ਤਾਂ ਉਹਨੂੰ ਹੌਸਲਾ ਦੇਣਾ, ਉਹਨੂੰ ਗਾਈਡ ਕਰਨਾ, ਇਹ ਅਧਿਆਪਕ ਦਾ ਫਰਜ਼ ਵੀ ਹੈ ਔਰ ਅਧਿਆਪਕ ਅਕਸਰ ਕਰਦੇ ਵੀ ਹੈ। ਜੀ, ਜਦੋਂ ਨਾ ਪੇਪਰਾਂ ਦੀ ਤਿਆਰੀ ਕਰਦੇ ਸਮੇਂ ਨਾ ਘਰ ਦਾ ਜਿਹੜਾ ਮਾਹੌਲ ਹੈ ਨਾ ਉਹ ਬੜਾ ਪ੍ਰਭਾਵ ਪਾਉਂਦਾ ਜੀ, ਤੇ ਉਸ ਵੇਲੇ ਇਹ ਹੈਗੀ ਹੈ ਕਿ ਬੱਚਾ ਨਾ ਕਈ ਵਾਰੀ ਜਦੋਂ ਉਹ ਪੇਪਰ ਦੀ ਤਿਆਰੀ ਕਰਨਾ, ਖਾਣਾ ਪੀਣਾ ਸਾਰਾ ਕੁਝ ਹੀ ਭੁੱਲ ਜਾਂਦਾ ਜੀ, ਉਹ ਇੰਨਾ ਕੁਝ ਭੁੱਲ ਜਾਂਦਾ ਵੀ ਉਹ ਫਿਰ ਕਮਜ਼ੋਰ ਵੀ ਹੋ ਜਾਂਦਾ, ਵੀਕਨੈਸ ਆ ਜਾਂਦੀ ਹੈ ਨਾ। ਸੋ ਉਹਦੇ ਖਾਣ ਪੀਣ ਦਾ ਧਿਆਨ ਵੀ ਰੱਖਣਾ ਚਾਹੀਦਾ। ਸੋ ਕਿਸ ਤਰੀਕੇ ਦੇ ਨਾਲ ਇਹ ਸਾਰੀ ਮੈਨੇਜਮੈਂਟ ਕਰੇ ਫਿਰ? ਬਿਲਕੁਲ ਜੀ, ਇੱਥੇ ਮਾਪਿਆਂ ਦਾ ਰੋਲ ਬਹੁਤ ਵੱਡਾ ਹੁੰਦਾ ਜੀ, ਕਿਉਂਕਿ ਘਰ ਦੇ ਵਿੱਚ ਤਣਾਅ ਮੁਕਤ ਜਿਹੜੀ ਪ੍ਰਸਥਿਤੀਆਂ ਦੇਣੀਆਂ, ਵਾਤਾਵਰਨ ਦੇਣਾ ਮਾਪਿਆਂ ਦਾ ਫਰਜ਼ ਬਣ ਜਾਂਦਾ। ਮਾਪਿਆਂ ਨੂੰ ਇਹ ਧਿਆਨ ਦੇਣਾ ਚਾਹੀਦਾ ਕਿ ਜਦੋਂ ਬੱਚਾ ਪੇਪਰ ਦੇ ਰਿਹਾ ਤਾਂ ਉਹਦੇ ਤੇ ਪੇਪਰਾਂ ਦਾ ਬੋਝ ਤਾਂ ਹੈ ਹੀ ਹੈ, ਤਾਂ ਉਹ ਉਸ ਬੋਝ ਨੂੰ ਘਟਾਉਣ ਵਾਸਤੇ ਮਾਪਿਆਂ ਨੂੰ ਘਰ ਦੇ ਵਿੱਚ ਇੱਕ ਸ਼ਾਂਤਪੂਰਨ ਜਿਹੜਾ ਵਾਤਾਵਰਨ ਸਿਰਜਣਾ ਚਾਹੀਦਾ। ਉਸ ਤੋਂ ਬਾਅਦ ਕਿਉਂਕਿ ਬੱਚੇ ਦਾ ਧਿਆਨ ਤਾਂ ਕੇਵਲ ਪੜ੍ਹਾਈ ਵੱਲ ਹੈ, ਤਾਂ ਮਾਪਿਆਂ ਨੂੰ ਇਹ ਫਰਜ਼ ਬਣ ਜਾਂਦਾ ਕਿ ਉਹਦੇ ਖਾਣ ਦਾ, ਪੀਣ ਦਾ, ਜੋ ਵੀ ਉਹਨੂੰ ਚੰਗੀ ਭੋਜਨ ਦੇਣਾ ਜਾਂ ਕੋਈ ਖੁਰਾਕ ਦੇਣੀ ਆ, ਉਹਦਾ ਧਿਆਨ ਰੱਖਣ, ਤਾਂ ਕਿ ਉਹ ਇਹਨਾਂ ਦਿਨਾਂ ਦੇ ਵਿੱਚ ਜੇਕਰ ਥੋੜੀ ਜਿਹੀ ਵੀ ਸਮੱਸਿਆ ਆਉਂਦੀ ਹੈ, ਮੈਂ ਤਾਂ ਇਹ ਵੇਖਿਆ ਕਿ ਜੇਕਰ ਬੱਚਾ ਪੇਪਰ 'ਚ ਬੈਠਾ ਥੋੜਾ ਬਹੁਤ ਸਰਦਰਦ ਵੀ ਮਹਿਸੂਸ ਕਰਦਾ ਤੇ ਉਹਦੇ ਤੇ ਵੀ ਉਹਦੀ ਪਰਫਾਰਮੈਂਸ ਤੇ ਬਹੁਤ ਬੁਰਾ ਅਸਰ ਪੈਂਦਾ। ਜਿਹੜਾ ਬੱਚਾ 100 ਨੰਬਰ ਲਿਜਾਣ ਵਾਲਾ ਸੀਗਾ ਉਹ ਸਿਰਫ ਇੱਕ ਛੋਟੀ ਜੀ ਦਿੱਕਤ ਕਰਕੇ ਜਾਂ ਸਿਰਦਰਦ ਕਰਕੇ ਜਾਂ ਟੈਨਸ਼ਨ ਦੇ ਕਰਕੇ ਉਹ ਬੱਚਾ 80 ਨੰਬਰਾਂ ਤੇ ਰਹਿ ਜਾਂਦਾ। ਇਸ ਕਰਕੇ ਬੱਚੇ ਦੀ ਜਿਹੜੀ ਸਿਹਤ ਹੈ ਉਹ ਰਿਸਟ ਪੁਸ਼ਟ ਹੋਣੀ ਚਾਹੀਦੀ ਆ, ਬੈਲੈਂਸ ਡਾਈਟ ਚਾਹੀਦੀ ਆ, ਫਿਰ ਉਹਦੇ ਉੱਤੇ ਮਾਨਸਿਕ ਜਿਹੜਾ ਹੈਗਾ ਉਹ ਦਬਾਅ ਵੀ ਇੰਨਾ ਨਹੀਂ ਚਾਹੀਦਾ। ਜਦੋਂ ਪੇਪਰ ਬੱਚਾ ਲੈ ਲੈਂਦਾ, ਜਿਸ ਵੇਲੇ ਉਹਦੇ ਹੱਥ ਵਿੱਚ ਕੁਐਸਚਨ ਪੇਪਰ ਆ ਗਿਆ, ਕੁਐਸਚਨ ਪੇਪਰ ਨੂੰ ਪੜ੍ਹ ਰਿਹਾ ਤੇ ਉਹ ਪੜ੍ਹ ਕੇ ਜਦੋਂ ਉਹ ਦੇਖਦਾ ਕਿ ਮੇਰੇ ਪਹਿਲੇ ਜਿਹੜੇ 2-3 ਸਵਾਲ ਹੈਗੇ ਤਾਂ ਬੜੇ ਔਖੇ ਹੈ ਨਾ, ਉਸ ਵੇਲੇ ਵੀ ਨਰਵਸ ਹੋ ਜਾਂਦਾ ਜੀ। ਕੀ ਉਹ ਕਹਿੰਦੇ ਆ ਵੀ ਈਜ਼ੀ ਟੂ ਐਬਸਟ੍ਰੈਕਟ, ਮਤਲਬ ਕਿ ਆਸਾਨ ਤੋਂ ਔਖੇ ਵੱਲ ਨੂੰ ਚੱਲੇ, ਜਾਂ ਫਿਰ ਕਿਸ ਤਰੀਕੇ ਨਾਲ ਪਹਿਲਾਂ ਸੌਖੇ ਸਵਾਲ ਕਰ ਲਵੇ? ਇਹ ਬਹੁਤ ਤੁਹਾਡਾ ਬਹੁਤ ਹੀ ਵਾਜਬ ਕੁਐਸਚਨ ਹੈ ਗਗਨ ਜੀ, ਔਰ ਅਕਸਰ ਇਦਾਂ ਹੁੰਦਾ ਔਰ ਬਹੁਤ ਸਾਰੇ ਬੱਚਿਆਂ ਦੇ ਮਨ ਦੇ ਵਿੱਚ ਧਾਰਨਾ ਬਣੀ ਹੋਈ ਹੈ ਕਿ ਪਹਿਲਾ ਪ੍ਰਸ਼ਨ ਪਹਿਲੇ ਨੰਬਰ ਤੇ ਹੀ ਹੱਲ ਕਰਨਾ। ਇਸ ਤਰ੍ਹਾਂ ਦਾ ਕਿਤੇ ਵੀ ਕੋਈ ਨਿਯਮ ਨਹੀਂ ਹੈਗਾ, ਬੋਰਡ ਵੱਲੋਂ ਕਦੇ ਵੀ ਇਹ ਹਦਾਇਤ ਨਹੀਂ ਹੋਈ। ਅਸੀਂ ਪ੍ਰਸ਼ਨ ਨੂੰ ਲਿਖਣਾ ਹੀ ਨਹੀਂ ਹੁੰਦਾ, ਹੋ ਸਕਦਾ ਕਿ ਅਸੀਂ 11ਵੇਂ ਕੁਐਸਚਨ ਨੂੰ ਪਹਿਲੇ ਨੰਬਰ ਤੇ ਲੈ ਲਈਏ, ਤਾਂ ਬੱਚੇ ਨੇ ਵੇਖੇ ਕਿ ਉਹਦਾ ਕੌਨਫੀਡੈਂਸ ਕਿਸ ਪ੍ਰਸ਼ਨ ਦੇ ਵਿੱਚ ਸਭ ਤੋਂ ਜ਼ਿਆਦਾ, ਤਾਂ ਜਦੋਂ ਉਹ ਜਿਹੜਾ
ਪ੍ਰਸ਼ਨ ਉਹ ਸਮਝਦਾ ਕਿ ਮੈਂ ਬਹੁਤ ਵਧੀਆ ਕਰ ਸਕਦਾ, ਜੇਕਰ ਉਹ ਪਹਿਲਾਂ ਅਟੈਂਪਟ ਕਰੇਗਾ ਤਾਂ ਉਹਦੇ 'ਚ ਕੌਨਫੀਡੈਂਸ ਵੀ ਬਿਲਡ ਹੋ ਜਾਏਗਾ, ਤਾਂ ਉਹਦੇ 'ਚ એનર્ਜੀ ਵੀ ਆ ਜਾਏਗੀ, ਔਰ ਇਸ ਕੌਨਫੀਡੈਂਸ ਦੇ ਨਾਲ ਹੋ ਸਕਦਾ ਕਿ ਜਿਹਨਾਂ ਪ੍ਰਸ਼ਨਾਂ ਨੂੰ ਉਹ ਸਮਝਦਾ ਸੀਗਾ ਕਿ ਮੈਨੂੰ ਨਹੀਂ ਆਉਂਦੇ, ਉਹਨਾਂ ਨੂੰ ਵੀ ਬਾਅਦ ਵਿੱਚ ਬਹੁਤ ਵਧੀਆ ਔਰ ਬੜੇ ਸੋਹਣੇ ਢੰਗ ਨਾਲ ਉਹ ਹੱਲ ਕਰ ਪਾਵੇ। ਜੇ ਆਪਾਂ ਪ੍ਰੀਖਿਆ ਤੋਂ ਹੁਣ ਪਹਿਲਾਂ ਦੀ ਗੱਲ ਕਰੀਏ ਵੀ ਚਲੋ ਤਿਆਰੀ ਚੱਲ ਰਹੀ ਹੈ ਪੇਪਰਾਂ ਦੀ, ਤਿਆਰ ਤਾਂ ਹੋਣਾ ਜੀ, ਤੇ ਉਹ ਫਿਰ ਤਿਆਰੀ ਜਿਹੜੀ ਹੈ ਉਹ ਇਕੱਲਾ ਬਹਿ ਕੇ ਕਰੇ ਜਾਂ ਆਪਣੇ ਦੋਸਤਾਂ ਨਾਲ ਕਰੇ, ਕਲੈਕਟਿਵ ਐਫਰਟਸ ਕਰੇ, ਜਾਂ ਫਿਰ ਉਹ ਆਪਣੇ ਟੀਚਰਸ ਦੇ ਨਾਲ, ਪੇਰੈਂਟਸ ਦੇ ਨਾਲ ਬੈਠ ਕੇ ਕਰੇ, ਕਿਸ ਤਰੀਕੇ ਨਾਲ ਇਹ ਤਿਆਰੀ ਕਰੇ ਕਿ ਬੱਚੇ ਦਾ ਮਾਨਸਿਕ ਸੰਤੁਲਨ ਵੀ ਬਿਲਕੁਲ ਸੰਤੁਲਿਤ ਰਹੇ, ਉਸ ਤੋਂ ਬਾਅਦ ਵਿੱਚ ਸਿਹਤ ਵੀ ਨਾ ਵਿਗੜੇ ਤੇ ਪ੍ਰੈਸ਼ਰ ਵੀ ਘੱਟ ਹੋਵੇ? ਜੀ, ਵੈਸੇ ਤਾਂ ਜਿਹੜੀ ਇਹ ਤਿੰਨੋਂ ਹੀ ਚੀਜ਼ਾਂ ਜ਼ਰੂਰੀ ਹੈ। ਅਧਿਆਪਕ ਦੇ ਨਾਲ ਕੰਸਲਟ ਕਰਨਾ, ਉਹਦੇ ਨਾਲ ਪ੍ਰੋਬਲਮ ਸਾਂਝੀਆਂ ਕਰਨੀਆਂ, ਬਾਕੀ ਵਿਦਿਆਰਥੀਆਂ ਨਾਲ ਪੜ੍ਹ ਕੇ ਬਹਿਸ ਕਰਨੀ, ਉਹਨਾਂ ਤੋਂ ਜਿਹੜੇ ਉਹਨਾਂ ਦੀਆਂ ਪੁਆਇੰਟ ਮਿਸ ਹੁੰਦੇ ਆ ਉਹਨਾਂ ਨੂੰ ਪਤਾ ਲੱਗ ਜਾਣਗੇ, ਦੂਜੇ ਵਿਦਿਆਰਥੀਆਂ ਦੀ ਵੀ ਤਿਆਰੀ ਹੋ ਜਾਏਗੀ। ਪਰ ਮੈਂ ਸਮਝਦਾ ਕਿ ਇਹ ਸਾਰੀਆਂ ਚੀਜ਼ਾਂ ਸਾਰੇ ਸਾਲ ਦੇ ਦੌਰਾਨ ਚੱਲਦੀਆਂ ਰਹਿਣੀਆਂ ਚਾਹੀਦੀਆਂ, ਪਰ ਪੇਪਰਾਂ ਦੇ ਨੇੜੇ ਆਣ ਕੇ, ਕਿਉਂਕਿ ਜਦੋਂ ਸਾਰਾ ਸਿਲੇਬਸ ਹੋ ਚੁੱਕਾ, ਸਾਡੇ ਸਾਰੇ ਡਾਊਟ ਕਲੀਅਰ ਹੋ ਚੁੱਕੇ ਆ, ਅਸੀਂ ਅਧਿਆਪਕਾਂ ਨੂੰ ਕੰਸਲਟ ਕਰ ਚੁੱਕੇ ਹਾਂ, ਆਪਦੇ ਦੋਸਤਾਂ ਨਾਲ ਜਿਹੜੀ ਗੱਲਬਾਤ ਕਰ ਚੁੱਕੇ ਹਾਂ, ਉਦੋਂ ਇਹਨਾਂ ਦਿਨਾਂ ਦੇ ਵਿੱਚ ਇਕਾਂਤ ਚਿੱਤ ਹੋ ਕੇ ਜੇਕਰ ਇਕੱਲਾ ਬੱਚਾ ਤਿਆਰੀ ਕਰਦਾ ਤਾਂ ਉਹਦਾ ਜ਼ਿਆਦਾ ਲਾਭ ਹੋ ਸਕਦਾ। ਬਾਕੀ ਇਹ ਤਿੰਨੋਂ ਚੀਜ਼ਾਂ ਹੀ ਫਾਇਦੇਮੰਦ ਹੈ। ਰਿਵੀਜ਼ਨ ਜਿਹੜੀ ਕਰ ਸਕਦਾ, ਰਿਵੀਜ਼ਨ ਜਿਹੜੀ ਆ ਉਹ ਉਹਨੂੰ ਇਕੱਲੇ ਬੈਠ ਕੇ ਕਰ ਲੈਣੀ ਚਾਹੀਦੀ ਹੈ, ਉਹਦੇ ਨਾਲ ਉਹਦੇ ਸਾਰਾ ਸਮਰਾਈਜ਼ ਹੋ ਜਾਂਦਾ, ਸਾਰਾ ਜਿਹੜਾ ਮਟੀਰੀਅਲ ਹੁੰਦਾ, ਤੇ ਇੱਕ ਇਕਾਂਤ ਚਿੱਤ ਹੋ ਕੇ ਉਹਦਾ ਟਾਈਮ ਵੀ ਬਚ ਜਾਂਦਾ ਇਸ ਗੱਲ ਨਾਲ। ਤੇ ਬਾਕੀ ਇਹਨਾਂ ਦਿਨਾਂ ਦੇ ਵਿੱਚ ਵੀ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਹੱਸਦੇ ਖੇਡਦੇ ਰਹਿਣਾ ਚਾਹੀਦਾ, ਤਾਂ ਕਿ ਤੁਹਾਡੇ ਤੇ ਉਹ ਦਬਾਅ ਨਾ ਬਣ ਪਵੇ ਜਿਹੜਾ ਪ੍ਰੀਖਿਆ ਅਕਸਰ ਬਣ ਜਾਂਦਾ। ਤੁਸੀਂ ਹੱਸਣ ਖੇਡਣ ਦੀ ਗੱਲ ਕੀਤੀ ਹੈ ਵੀ ਚਲੋ ਜਿੱਥੇ ਕਹਿੰਦੇ ਨੇ ਦੋ ਭਾਂਡੇ ਉੱਥੇ ਖੜਕਦੇ ਤਾਂ ਹੁੰਦੇ ਹੀ, ਪਰ ਕਈ ਵਾਰੀ ਇਦਾਂ ਹੁੰਦੀ ਹੈ ਵੀ ਜ਼ਿਆਦਾ ਖੜਕਣ ਲੱਗ ਪੈਂਦੇ ਆ, ਮਤਲਬ ਮਾਂ ਪਿਓ ਜਿਹੜੇ ਹੈਗੇ ਆ ਉਹ ਆਪਸ ਵਿੱਚ ਸਮਝ ਲਓ ਲੜਦੇ ਆ। ਬੱਚੇ ਦਾ ਪੇਪਰ ਆ, ਉਹ ਪੇਪਰਾਂ ਦੀ ਤਿਆਰੀ ਕਰਨ ਵਾਸਤੇ ਬੈਠਾ ਹੋਇਆ ਆ, ਉਸ ਵੇਲੇ ਘਰ ਦਾ ਮਾਹੌਲ ਤਣਾਅਪੂਰਨ ਆ, ਇਹੋ ਜਿਹੀ ਸਥਿਤੀ ਵਾਸਤੇ ਜ਼ਿੰਮੇਵਾਰ ਤਾਂ ਚਲੋ ਘਰ ਦੇ ਸਾਰੇ ਹੈਗੇ ਆ, ਪਰ ਇਹਦੇ ਵਾਸਤੇ ਅਸੀਂ ਵੀ ਜ਼ਿੰਮੇਵਾਰ ਹੋਣਾ ਹੈ ਵੀ ਆਪਾਂ ਸਮਝਾ ਦਈਏ ਕੁਛ ਵੀ ਭਾਈ ਇਸ ਤਰੀਕੇ ਦਾ ਮਾਹੌਲ ਜਿਹੜਾ ਹੈ ਉਹ ਤਣਾਅਪੂਰਨ ਨਹੀਂ ਹੋਣਾ ਚਾਹੀਦਾ, ਹੈ ਨਾ? ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹਦੇ 'ਚ ਦੋ ਹੀ ਚੀਜ਼ਾਂ ਹੁੰਦੀਆਂ ਜੀ, ਕੁਝ ਪ੍ਰਸਥਿਤੀਆਂ ਨੂੰ ਅਸੀਂ ਬਦਲ ਸਕਦੇ ਹੁੰਦੇ ਹਾਂ ਜੀ, ਜੇਕਰ ਤਾਂ ਅਸੀਂ ਉਹਨਾਂ ਨੂੰ ਬਦਲ ਸਕਦੇ ਹਾਂ, ਮਾਂ-ਬਾਪ ਨੂੰ ਰਿਕੁਐਸਟ ਕਰਕੇ ਉਹਨਾਂ ਨੂੰ ਸਮਝਾ ਸਕਦੇ ਹਾਂ ਤਾਂ ਬਹੁਤ ਬਿਹਤਰ ਹੈ, ਜੇਕਰ ਇਸ ਤਰ੍ਹਾਂ ਦੀ ਪ੍ਰਸਥਿਤੀ ਹੈ। ਜੇਕਰ ਇੱਦਾਂ ਨਹੀਂ ਹੈ ਤਾਂ ਫਿਰ ਸਾਡੇ ਕੋਲ ਅਲਟਰਨੇਟ ਹੋਣਾ ਚਾਹੀਦਾ, ਦੂਜਾ ਕੋਈ ਅਲਟਰਨੇਟ, ਕੋਈ ਅਸੀਂ ਆਪਦੇ ਪਰਿਵਾਰ ਦੇ ਤਾਏ ਕੋਲ, ਕੋਈ ਭੂਆ ਕੋਲ, ਕੋਈ ਗੁਆਂਢੀ ਕੋਲ, ਜਾਂ ਕਿਸੇ ਹੋਰ ਮਿੱਤਰ ਦੇ ਘਰੇ ਜਿੱਥੇ ਸ਼ਾਂਤੀਪੂਰਨ ਮਾਹੌਲ ਹੋਵੇ, ਉਹ ਵੀ ਇੱਕ ਆਪਸ਼ਨ ਹੋ ਸਕਦੀ ਹੈ। ਜੇਕਰ ਤਾਂ ਘਰ ਦੇ ਵਿੱਚ ਹੀ ਸ਼ਾਂਤੀਪੂਰਨ ਮਾਹੌਲ ਬਣ ਜਾਵੇ, ਇਸ ਤੋਂ ਬਿਹਤਰ ਤਾਂ ਕੁਛ ਵੀ ਨਹੀਂ। ਪਰ ਜੇਕਰ ਇਹ ਪੋਸੀਬਲ ਨਹੀਂ ਹੈ ਤਾਂ ਫਿਰ ਸਾਡੇ ਦੋਸਤ ਹੁੰਦੇ ਆ, ਕੋਈ ਰਿਸ਼ਤੇਦਾਰ ਹੁੰਦੇ ਆ ਜਿਨ੍ਹਾਂ ਦੇ ਘਰੇ ਜਿਹੜਾ ਸ਼ਾਂਤੀਪੂਰਨ ਇਕਾਂਤ ਦਾ ਮਾਹੌਲ ਹੋਵੇ, ਉੱਥੇ ਜਾ ਕੇ ਆਪਦੀ ਤਿਆਰੀ ਕਰ ਲੈਣੀ ਚਾਹੀਦੀ ਹੈ। ਫਿਰ ਸੈਕੰਡ ਆਪਸ਼ਨ ਤਾਂ ਇਹ ਰਹਿ ਜਾਂਦੀ ਹੈ। ਡਿਊਰਿੰਗ ਐਗਜ਼ਾਮ, ਪ੍ਰੀਖਿਆ ਦੇ ਵੇਲੇ ਉਹ ਟਾਈਮ ਦੀ ਵੰਡ ਕਿਸ ਤਰੀਕੇ ਨਾਲ ਕਰੇ ਜੀ ਫਿਰ? ਪੇਪਰ ਦੇ ਦੌਰਾਨ ਤਾਂ ਜਿਹੜਾ ਹੈ ਉਹ ਮੇਰਾ ਖਿਆਲ ਹੈ ਕਿ ਵਿਹਲੇ ਸਮੇਂ ਦੇ ਵਿੱਚ ਮੈਡੀਟੇਸ਼ਨ ਕਰ ਲੈਣੀ ਚਾਹੀਦੀ ਹੈ, ਔਰ ਜਿਹੜੀ ਅਸੀਂ ਪੇਪਰ ਪੜ੍ਹਿਆ ਹੋਇਆ ਉਹਨੂੰ ਇੱਕ ਵਾਰੀ ਸ਼ੀਸ਼ੇ ਸਾਹਮਣੇ ਖੜ੍ਹ ਕੇ, ਕਈ ਤਰ੍ਹਾਂ ਦੀ ਰੈਸਲਾਂ ਹੋ ਸਕਦੀਆਂ, ਜਾਂ ਇੱਕ 3 ਘੰਟੇ ਜਿਹੜਾ ਸਮਾਂ ਮਿੱਥ ਕੇ ਇੱਕ ਕੋਈ ਕੁਐਸਚਨ ਪੇਪਰ ਅਟੈਂਪਟ ਕਰ ਲਵੇ, ਉਹਦੇ ਨਾਲ ਲਿਖਣ ਦਾ ਵੀ ਅਭਿਆਸ ਹੋ ਜਾਏਗਾ, ਔਰ ਲਿਖੀ ਹੋਈ ਚੀਜ਼ ਯਾਦ ਵੀ ਛੇਤੀ ਹੁੰਦੀ ਹੈ। ਆਪਾਂ ਲੋਕ ਜਿਨ੍ਹਾਂ ਵੇਲਿਆਂ ਦੇ ਵਿੱਚ ਪੜ੍ਹਦੇ ਰਹੇ ਹਾਂ, ਸਾਨੂੰ ਕਾਪੀਆਂ ਬਣਾਈਆਂ ਜਾਂਦੀਆਂ ਸੀ, ਕੱਚੀ ਕਾਪੀ, ਪੱਕੀ ਕਾਪੀ। ਉਹਨਾਂ ਦਾ ਫਾਇਦਾ ਇਹ ਹੁੰਦਾ ਸੀਗਾ ਕਿ ਜਦੋਂ ਵਿਦਿਆਰਥੀ ਲਿਖਦਾ, ਕੱਚੀ ਕਾਪੀ ਤੇ ਲਿਖਦਾ, ਉਹ ਇੱਕ ਵਾਰੀ ਲਿਖਦਾ, ਫਿਰ ਪੱਕੀ ਕਾਪੀ ਤੇ ਲਿਖਦਾ, ਦੂਜੀ ਵਾਰੀ ਲਿਖਦਾ, ਤਾਂ ਇਸ ਲਿਖਣ ਦੇ ਅਭਿਆਸ ਦੇ ਨਾਲ ਇੱਕ ਤਾਂ ਹੁੰਦਾ ਲਿਖਣ ਦਾ ਪ੍ਰੈਕਟਿਸ ਹੋ ਜਾਂਦੀ ਹੈ, ਸੈਕੰਡ ਕਿ ਲਿਖੀ ਹੋਈ ਚੀਜ਼ ਜਿਹੜੀ 2 ਵਾਰੀ ਲਿਖ ਲਈ ਉਹ ਸਾਡੇ ਦਿਮਾਗ ਤੇ ਪੱਕੀ ਤਰ੍ਹਾਂ ਛਪ ਜਾਂਦੀ ਹੈ, ਤੇ ਜਿਹੜੇ ਸਾਨੂੰ ਪ੍ਰੀਖਿਆ ਦੇ ਵਿੱਚ ਬਹੁਤ ਫਾਇਦਾ ਦਿੰਦੀ ਹੈ। ਪੇਪਰ ਤਾਂ ਈਜ਼ੀ ਸੀਗਾ ਪਰ ਨੰਬਰ ਨਹੀਂ ਆਏ ਜੀ, ਇੱਦਾਂ ਦੀਆਂ ਗੱਲਾਂ ਕਰਦੇ ਮੈਂ ਕਈ ਸਟੂਡੈਂਟ ਦੇਖਦਾ, ਘਰ ਆ ਕੇ ਕਹਿੰਦੇ ਪੇਪਰ ਤਾਂ ਸੌਖਾ ਹੀ ਸੀਗਾ ਪਰ ਪਤਾ ਨਹੀਂ ਨੰਬਰ ਕਿਉਂ ਨਹੀਂ ਆਏ ਜੀ। ਇਹ ਓਵਰ ਕੌਨਫੀਡੈਂਸ ਹੁੰਦਾ ਉਹਨਾਂ ਦਾ ਜਾਂ ਫਿਰ ਕੋਈ ਤਿਆਰੀ 'ਚ ਘਾਟ ਹੁੰਦੀ? ਬਿਲਕੁਲ ਜੀ, ਓਵਰ ਕੌਨਫੀਡੈਂਸ ਵੀ ਹੁੰਦਾ, ਕਈ ਵਾਰੀ ਉਹ ਬਹੁਤ ਸਹਿਜਤਾ ਨਾਲ ਇਸ ਚੀਜ਼ ਨੂੰ ਲੈ ਜਾਂਦੇ ਆ ਜਾਂ ਬਹੁਤ ਕੈਜੂਅਲ ਲੈ ਜਾਂਦੇ ਆ, ਔਰ ਦੂਜੀ ਗੱਲ ਇਹ ਵੀ ਹੁੰਦੀ ਹੈ ਕਿ ਉਹਨਾਂ ਦੀ ਪੇਪਰ ਟੈਕਨੀਕ ਦੇ ਵਿੱਚ ਕਿਤੇ ਨਾ ਕਿਤੇ ਕੋਈ ਘਾਟ ਹੁੰਦੀ ਹੈ। ਬਹੁਤ ਸਾਰੇ ਬੱਚੇ ਬਹੁਤ ਅੱਛਾ ਪੜ੍ਹਦੇ ਆ ਜੀ, ਬਹੁਤ ਅੱਛਾ ਉਹਨਾਂ ਨੂੰ ਆਉਂਦਾ ਹੁੰਦਾ, ਉਹਨਾਂ ਕੋਲੋਂ ਸੁਣ ਕੇ ਵੇਖੋ ਤਾਂ ਬਹੁਤ ਵਧੀਆ ਤੁਹਾਨੂੰ ਸੁਣਾ ਵੀ ਦੇਣਗੇ, ਪਰ ਜਦੋਂ ਪੇਪਰ ਕਰਦੇ ਆ ਤਾਂ ਇੱਕ ਤਾਂ ਉਹਨਾਂ ਦੀ ਲਿਖਾਈ ਬਹੁਤ ਅਸਰ ਕਰਦੀ ਉਸ ਗੱਲ ਤੇ, ਇੱਕ ਉਹਨਾਂ ਦੀ ਅਟੈਂਪਟੇਸ਼ਨ ਹੈ ਕਿ ਜੇਕਰ ਉਗੜ ਦੁਗੜ ਪੇਪਰ ਕਰ ਦਿੱਤਾ, ਕਿਤੇ ਇਹ ਨਹੀਂ ਪਤਾ ਲੱਗ ਰਿਹਾ ਕਿ ਪੇਪਰ ਦਾ ਪ੍ਰਸ਼ਨ ਦਾ ਉੱਤਰ ਖਤਮ ਕਿੱਥੇ ਹੋਇਆ, ਦੂਜਾ ਸ਼ੁਰੂ ਕਿੱਥੇ ਹੋਇਆ, ਤੇ ਨਿੱਕੇ ਨਿੱਕੇ ਹਾਸ਼ੀਆ ਨਹੀਂ ਛੱਡਿਆ। ਤਾਂ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਪੇਪਰ ਕੋਈ ਐਗਜ਼ਾਮੀਨਰ ਪੜ੍ਹਦਾ ਤਾਂ ਉਹ ਵੀ ਇੱਕ ਇਨਸਾਨ ਹੈ, ਤਾਂ ਉਹ ਜਦੋਂ ਪੇਪਰ ਦਾ ਪਹਿਲਾ ਪ੍ਰਸ਼ਨ ਹੀ ਪੜ੍ਹਦਾ, ਉਹਦੀ ਲਿਖਾਈ ਵੇਖਦਾ, ਉਹਦੀ ਅਟੈਂਪਟੇਸ਼ਨ ਦੇਖਦਾ, ਤੇ ਉਹਦੇ ਤੇ ਪ੍ਰਭਾਵ ਪੈ ਜਾਂਦਾ ਕਿ ਇਹ ਵਿਦਿਆਰਥੀ ਕਿਸ ਤਰ੍ਹਾਂ ਦਾ ਹੋਏਗਾ। ਤਾਂ ਇਹ ਚੀਜ਼ਾਂ ਵੀ ਬਹੁਤ ਵੱਡਾ ਅਸਰ ਪਾਉਂਦੀਆਂ ਕਿ ਜੇਕਰ ਵਿਦਿਆਰਥੀ ਪੇਪਰ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੇ ਕਿ ਮੇਰੀ ਲਿਖਾਈ ਸਾਫ਼ ਸੁਥਰੀ ਹੋਵੇ,
ਪੜ੍ਹਨ ਯੋਗ ਹੋਵੇ ਔਰ ਪਹਿਲੇ ਤੇ ਦੂਜੇ ਉੱਤਰ ਦੇ ਵਿੱਚ ਜੋ ਇੱਕ ਲਾਈਨ ਛੱਡੇ ਜਾਂ ਇੱਕ ਲਾਈਨ ਮਾਰ ਲਵੇ, ਸਾਈਡਾਂ ਤੇ ਹਾਸ਼ੀਆ ਛੱਡੇ, ਤਾਂ ਉਹਨੂੰ ਦੇਖਣ ਵਾਲਿਆਂ ਨੂੰ ਵੀ ਸੋਹਣਾ ਲੱਗਦਾ, ਪੜ੍ਹਨ ਵਾਲਿਆਂ ਨੂੰ ਵੀ ਸੌਖਾ ਹੋ ਜਾਂਦਾ। ਪ੍ਰਿੰਸੀਪਲ ਸਾਹਿਬ ਇੱਕ ਵੇਲਾ ਹੁੰਦਾ ਸੀਗਾ ਜਦੋਂ ਨਾ ਕੁਐਸਚਨ ਪੇਪਰ ਤੇ ਲਿਖਿਆ ਹੁੰਦਾ ਸਫਾਈ ਦੇ 5 ਅੰਕ, 5 ਅੰਕ ਲਿਖਾਈ ਦੇ ਤੋਂ ਬਾਅਦ ਚ ਆਉਣੇ ਸ਼ੁਰੂ ਹੋਏ ਨਾ, ਤੇ ਉਹ ਨਿਆਣਾ ਕਿਤੇ ਪੇਪਰ ਦੇਣ ਗਿਆ ਤੇ ਉਹ ਪੇਪਰ ਖਾਲੀ ਛੱਡਿਆ, ਬਾਅਦ ਚ ਆਇਆ ਉਹਦਾ ਨੰਬਰ 0 ਜੀ। ਹਾਂਜੀ, ਜਦੋਂ 0 ਆਇਆ ਤੇ ਉਹ ਕਲੇਮ ਕਰਦਾ, ਫਿਰ ਕਹਿੰਦਾ ਪ੍ਰਿੰਸੀਪਲ ਸਾਹਿਬ ਆ ਦੇਖ ਲਓ ਤੁਹਾਡੇ ਅਧਿਆਪਕ ਨੇ ਤਾਂ ਮੈਨੂੰ ਨੰਬਰ ਨਹੀਂ ਦਿੱਤੇ, ਮੇਰੇ ਸਫਾਈ ਦੇ ਤਾਂ 5 ਅੰਕ ਬਣਦੇ ਆ। ਬਿਲਕੁਲ ਜੀ, ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਕਿਤੇ ਨਾ ਕਿਤੇ ਵਾਪਰੀਆਂ ਵੀ ਹੁੰਦੀਆਂ ਤੇ ਬਾਅਦ ਵਿੱਚ ਚੁਟਕਲੇ ਬਣ ਜਾਂਦੇ ਜੀ। ਤੇ ਘੋਟੇ ਦੀ ਗੱਲ ਆਪਾਂ ਕਰਦੇ ਆ ਤੇ ਸਮਝਦਾਰੀ ਦੀ ਗੱਲ ਕਰਦੇ ਆ, ਤੇ ਚਲੋ ਸਿੱਖਣਾ ਚਾਹੀਦਾ, ਮੂਲ ਵੀ ਪਕੜਨਾ ਚਾਹੀਦਾ, ਪਰ ਕਦੇ ਕਦੇ ਘੋਟੇ ਵੀ ਕੰਮ ਆਉਂਦੇ ਆ, ਕਦੇ ਕਦੇ ਜਿਹੜੇ ਹੈਗੇ ਉਹ ਕ੍ਰੈਮਿੰਗ ਕੰਮ ਆ ਵੀ ਜਾਂਦੀ ਆ, ਤੀਰ ਵੀ ਚੱਲ ਜਾਂਦੇ ਆ, ਤੁੱਕੇ ਵੀ ਚੱਲ ਜਾਂਦੇ ਆ, ਪਰ ਜਿਹੜੀ ਸਮਝਦਾਰੀ ਆ ਤੇ ਘੋਟਾ ਇਹਦੇ ਵਿੱਚ ਕਿੰਨਾ ਕੁ ਫਰਕ ਆ? ਕੀ ਤੁਹਾਨੂੰ ਲੱਗਦਾ ਵੀ ਇਹ ਸ਼ਾਰਟਕਟ ਜਿਹੜਾ ਹੈ ਉਹ ਇੱਕ ਵਿਦਿਆਰਥੀ ਦੀ ਸਫਲਤਾ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਸਕਦਾ? ਗਗਨ ਜੀ, ਜਿਹੜਾ ਘੋਟਾ ਹੈ ਬਿਨਾਂ ਸ਼ੱਕ ਇਹਨੂੰ ਸਿਰਫ ਅਸੀਂ ਨੈਗੇਟਿਵ ਪੱਖ ਤੋਂ ਹੀ ਨਹੀਂ ਵੇਖ ਸਕਦੇ ਜੀ। ਸਾਡੇ ਕੋਲ ਬਹੁਤ ਸਾਰੇ ਫਾਰਮੂਲੇ ਹੈ, ਬਹੁਤ ਸਾਰੀਆਂ ਟਰਮਸ ਹੈ ਜਿਨ੍ਹਾਂ ਦੀ ਅਸੀਂ ਸਿਰਫ ਉਹਨਾਂ ਨੂੰ ਯਾਦ ਕਰਨਾ ਹੁੰਦਾ ਜੀ। ਜੇਕਰ ਅਸੀਂ ਗਣਿਤ ਦੀ ਗੱਲ ਕਰੀਏ ਤੇ ਗਣਿਤ ਸਾਨੂੰ ਕਰਨਾ ਪਏਗਾ, ਗਣਿਤ ਨੂੰ ਅਸੀਂ ਪੜ੍ਹ ਕੇ ਯਾਦ ਨਹੀਂ ਕਰ ਸਕਦੇ, ਗਣਿਤ ਨੂੰ ਅਸੀਂ ਪੜ੍ਹ ਕੇ ਨਹੀਂ ਸਿੱਖ ਸਕਦੇ। ਮੈਥ ਆ, ਅਸੀਂ ਉਹਨੂੰ ਕਰਾਂਗੇ, ਸਵਾਲ ਨੂੰ ਕਰਾਂਗੇ ਤੇ ਬਾਰ-ਬਾਰ ਕਰਾਂਗੇ ਤੇ ਸਾਨੂੰ ਉਹਦੀ ਸਮਝ ਆਏਗੀ। ਕੈਮਿਸਟਰੀ ਦੇ ਵਿੱਚ ਕੁਝ ਫਾਰਮੂਲੇ ਆ, ਮੰਨ ਲਓ ਕਿ ਕਿਸੇ ਦਾ ਕੋਈ ਨਾਮ ਰੱਖਿਆ ਹਾਈਡਰੋਜਨ, ਉਹਨੂੰ H ਕਹਿੰਦੇ ਆ, ਤੇ ਇਹਦੇ ਵਾਸਤੇ ਕੋਈ ਸਿਧਾਂਤ ਜਾਂ ਕੋਈ ਰੂਲ ਨਹੀਂ ਹੈਗਾ ਕਿ H ਕਿਉਂ ਕਹਿੰਦੇ ਆ, ਇਸ ਕਰਕੇ ਇਹ ਚੀਜ਼ਾਂ ਯਾਦ ਵੀ ਕਰਨੀਆਂ ਪੈਂਦੀਆਂ। ਤਾਂ ਜਿੱਥੇ ਕ੍ਰੈਮਿੰਗ ਨੂੰ ਅਸੀਂ ਸਿਰਫ ਨੈਗੇਟਿਵ ਨਾ ਸੋਚੀਏ, ਇਹਦਾ ਕਿਤੇ ਬਹੁਤ ਅੱਛਾ ਅਸਰ ਵੀ ਹੁੰਦਾ। ਬਹੁਤ ਸਾਰੇ ਵਿਸ਼ੇ, ਬਹੁਤ ਸਾਰੇ ਵਿਸ਼ਿਆਂ ਦਾ ਕੰਟੈਂਟ ਜਿਹੜਾ ਆ ਉਹ ਯਾਦ ਵੀ ਕਰਨਾ ਪੈਂਦਾ। ਤਾਂ ਇਹਦਾ ਬਸ ਸੰਤੁਲਨ ਬਣਾਉਣਾ ਹੁੰਦਾ ਕਿ ਸਾਡੀ ਸਮਝ ਜ਼ਿਆਦਾ ਹੋਵੇ, ਘੋਟਾ ਘੱਟ ਹੋਵੇ, ਔਰ ਜੇਕਰ ਸਮਝ ਹੋਏਗੀ ਤਾਂ ਜਿਹੜੀ ਘੋਟਾ ਲਾ ਕੇ ਯਾਦ ਕੀਤੀ ਚੀਜ਼ ਆ ਉਹ ਕਿਤੇ ਨਾ ਕਿਤੇ ਸਾਨੂੰ ਬੈਕਅਪ ਮਿਲੇਗਾ, ਉਹਦਾ ਅਸੀਂ ਆਨਸਰ ਦੇ ਪਾਵਾਂਗੇ। ਪਰ ਜੇਕਰ ਸਿਰਫ ਘੋਟਾ ਲਾਇਆ, ਸਮਝ ਬਿਲਕੁਲ ਨਹੀਂ ਹੈਗੀ, ਤਾਂ ਫਿਰ ਤਾਂ ਉਹ ਚੁਟਕਲਿਆਂ ਵਾਲੀਆਂ ਗੱਲਾਂ ਹੀ ਬਿਲਕੁਲ ਜੀ। ਉਹ ਮੈਨੂੰ ਇੱਕ ਗੱਲ ਹੋਰ ਚੇਤੇ ਆ ਕਿ ਤੁਹਾਡੀ ਗੱਲ ਤੋਂ ਉਹ ਨਿਆਣਾ ਕਿਤੇ ਗਲੀ ਦੇ ਵਿੱਚ ਦੀ ਗੁਜ਼ਰਿਆ ਜਾਵੇ, ਉਹ ਪੇਪਰ ਗੱਤਾ ਉਹਨੇ ਹੱਥ ਵਿੱਚ ਫੜਿਆ, ਮੈਂ ਕਿਹਾ ਵੀ ਤਿਆਰੀ ਆ ਫੁੱਲ? ਕਹਿੰਦਾ ਫੁੱਲ ਤਿਆਰੀ ਹੈਗੀ ਆ। ਮੈਂ ਕਿਹਾ ਵੀ ਆਉਂਦਾ ਵੀ ਹੈ ਕੁਛ? ਕਹਿੰਦਾ ਸਭ ਕੁਛ ਇੱਥੇ ਹੈਗਾ। ਤੇ ਉਹ ਇੱਥੇ ਹੋਇਆ ਤੇ ਮੈਂ ਜਦੋਂ ਨਾ ਉਹ ਕੱਢਿਆ ਤੇ ਸਲਿੱਪ ਉੱਤੇ ਆਪਣਾ ਨਾਂ ਲਿਖ ਕੇ ਲਿਆਇਆ। ਹਾਂਜੀ, ਕੀ ਬਾਤ। ਕਹਿੰਦਾ ਵੀ ਇਹ ਤੋਂ ਦੇਖ ਕੇ ਮੈਂ ਨਾਂ ਤਾਂ ਲਿਖ ਲੂੰਗਾ ਨਾ ਉਹਦੇ ਉੱਤੇ, ਪੇਪਰ ਉੱਤੇ, ਹੈ ਨਾ, ਟੀਚਰਸ ਨੂੰ ਪਤਾ ਲੱਗ ਜਾਊਗਾ ਵੀ ਇਹ ਨਾਂ ਹੈ। ਅੱਛਾ, ਨੋਟੀਆਂ ਦੀਆਂ ਗੱਲਾਂ ਕਰਨੀਆਂ ਆਪਾਂ, ਪਰਚੀਆਂ ਦੀਆਂ ਗੱਲਾਂ ਕਰ ਲਈਏ, ਹੈ ਨਾ, ਨਕਲ ਲਈ ਵੈਸੇ ਅਕਲ ਦੀ ਲੋੜ ਹੁੰਦੀ ਹੈ। ਕਈ ਵਾਰੀ ਜਿਹੜੇ ਹੈਗੇ ਨਾ ਇਹ ਸਿਧਾਂਤ ਕੰਮ ਕਰਦੇ ਨਹੀਂ। ਨਕਲ ਜਿਹੜੀ ਹੈ ਉਹ ਕਿੰਨੀ ਕੁ ਹਾਨੀਕਾਰਕ ਹੈ ਜੀ? ਕੀ ਇਹ ਸਾਨੂੰ ਸਫਲਤਾ ਵੱਲ ਲੈ ਕੇ ਜਾ ਸਕਦੀ ਆ ਜਾਂ ਫਿਰ ਇਹ ਥੋੜ੍ਹੀ ਚਿਰੀ ਸਫਲਤਾ ਹੈਗੀ ਆ? ਨਹੀਂ, ਨਕਲ ਨਾਲ ਮੈਂ ਆਪਦਾ ਜੋ ਮੇਰਾ ਤਜਰਬਾ 24 ਸਾਲ ਦਾ ਇਸ ਅਧਿਆਪਨ ਦਾ, ਮੈਨੂੰ ਨਹੀਂ ਲੱਗਿਆ ਕਦੇ ਵੀ ਕਿ ਕੋਈ ਨਕਲ ਨਾਲ ਬੱਚਾ ਜ਼ਿਆਦਾ ਨੰਬਰ ਲੈ ਗਿਆ ਹੋਵੇ। ਹਾਂ, ਗਲਤੀ ਨਾਲ ਜਾਂ ਚਲਾਕੀ ਨਾਲ ਕਿਤੇ ਪਾਸ ਹੋ ਗਿਆ ਹੋਵੇ, ਤੇ ਅੱਜ ਦੇ ਜ਼ਮਾਨੇ ਦੇ ਵਿੱਚ ਸਿਰਫ ਪਾਸ ਹੋ ਜਾਣ ਨਾਲ ਜ਼ਿੰਦਗੀ ਸਫਲ ਨਹੀਂ ਹੋ ਸਕਦੀ। ਔਰ ਵਿਦਿਆਰਥੀ ਨੂੰ ਜੇਕਰ ਜ਼ਿੰਦਗੀ 'ਚ ਸਫਲ ਹੋਣਾ ਤਾਂ ਨਕਲ ਦਾ ਖਹਿੜਾ ਛੱਡਣਾ ਪਏਗਾ। ਨਕਲ ਸਾਡੀਆਂ ਨੀਹਾਂ ਕਮਜ਼ੋਰ ਕਰਦੀ ਹੈ। ਨਕਲ ਇੱਕ ਘੁਣ ਦੀ ਤਰ੍ਹਾਂ, ਜੇਕਰ ਵਿਦਿਆਰਥੀ ਨੂੰ ਉਹਦਾ ਜਿਹੜਾ ਆਦਤ ਪੈ ਗਈ ਤਾਂ ਇਹਦਾ ਮਤਲਬ ਇਹ ਆ ਕਿ ਉਹ ਜ਼ਿੰਦਗੀ 'ਚ ਕਦੇ ਕਾਮਯਾਬ ਨਹੀਂ ਹੋ ਗਏ। ਇਹ ਪੱਕੀ ਗੱਲ ਹੈ ਕਿ ਜਿਹੜਾ ਨਕਲ ਤੇ ਵਿਸ਼ਵਾਸ ਕਰਦਾ ਬੱਚਾ, ਉਹ ਅੱਜ ਵੀ ਫੇਲ ਹੈ, ਉਹ ਕੱਲ੍ਹ ਵੀ ਫੇਲ ਹੈ। ਜੇਕਰ ਉਹ ਨਕਲ ਕਰਕੇ ਪੜ੍ਹ ਵੀ ਗਿਆ, ਕੋਈ ਡਿਗਰੀ ਲੈ ਵੀ ਗਿਆ, ਤਾਂ ਉਹ ਜ਼ਿੰਦਗੀ 'ਚ ਫੇਲ ਹੈ। ਅਸਲ 'ਚ ਤਾਂ ਅਸੀਂ ਵਿਦਿਆਰਥੀ ਨੂੰ ਜ਼ਿੰਦਗੀ ਵਾਸਤੇ ਤਿਆਰ ਕਰ ਰਹੇ ਹਾਂ ਜੀ। ਇੱਕ ਨਾ ਮੈਂ ਕਿਹਾ ਮੈਂ ਇਹ ਗੱਲ ਦੇ ਨਾਲ ਹੀ ਐਡ ਕਰਦੇ ਹਾਂ ਵੀ ਤੁਸੀਂ ਅਧਿਆਪਕਾਂ ਨੂੰ ਵੀ ਕਿ ਸਲਾਹ ਦੇ ਦਿਓ ਮਾੜੀ ਜਿਹੀ ਵੀ ਆਪਣੇ ਜਿਹੜੇ ਵਿਸ਼ੇ ਉਹਨਾਂ ਵਿੱਚੋਂ ਕਈ ਵਾਰ ਰਿਜ਼ਲਟ ਵੱਧ ਲਿਆਉਣ ਵਾਸਤੇ ਵੀ ਥੋੜਾ ਬਹੁਤਾ ਹੱਥ ਜਿਹੜਾ ਹੈਗਾ ਖੋਲ ਲੈਂਦੇ ਆ। ਨਹੀਂ, ਇਸ ਤਰ੍ਹਾਂ ਹੈ ਗਗਨ ਜੀ ਕਿ ਪ੍ਰੈਕਟਿਸਿਸ ਕਿਸੇ ਵੇਲੇ ਚੱਲਦੀਆਂ ਰਹੀਆਂ। ਬੱਚੇ ਨੂੰ ਪੜ੍ਹਾਉਣਾ ਜ਼ਰੂਰੀ ਹੈ ਜੀ। ਅੱਜ ਦੇ ਹਾਲਾਤ ਵਿੱਚ ਮੈਂ ਨਹੀਂ ਸਮਝਦਾ ਕਿ ਕੋਈ ਅਧਿਆਪਕ ਇਸ ਤਰ੍ਹਾਂ ਦੀ ਸੋਚ ਰੱਖਦਾ ਜੀ। ਬਹੁਤ ਵਧੀਆ ਅਧਿਆਪਕ ਜਿਹੜੇ ਆ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਕਰ ਰਹੇ ਆ, ਬੜੀ ਲਗਨ ਨਾਲ, ਬੜੀ ਮਿਹਨਤ ਨਾਲ, ਬੜੀ ਸ਼ਿੱਦਤ ਨਾਲ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਆ। ਔਰ ਕਿਸੇ ਵੀ ਅਧਿਆਪਕ ਦੇ ਵਿੱਚ ਇਸ ਤਰ੍ਹਾਂ ਦੀ ਹੁਣ ਭਾਵਨਾ ਨਹੀਂ ਰਹੀ ਕਿ ਅਸੀਂ ਬੱਚੇ ਨੂੰ ਨਕਲ ਕਰਾ ਦਾਂਗੇ। ਔਰ ਇਹ ਮਾਹੌਲ ਕਿਸੇ ਵੇਲੇ ਹੁੰਦਾ ਸੀ, ਮੈਂ ਇਸ ਗੱਲ ਤੋਂ ਮੁਨਕਰ ਨਹੀਂ, ਪਰ ਅਜੋਕੇ ਹਾਲਾਤਾਂ ਦੇ ਵਿੱਚ ਨਕਲ ਦਾ ਕੋਈ ਸਥਾਨ ਸਾਡੇ ਪ੍ਰੀਖਿਆ ਪ੍ਰਣਾਲੀ ਦੇ ਵਿੱਚ ਨਹੀਂ ਰਹਿ ਗਿਆ। ਕੋਈ ਵਿਦਿਆਰਥੀ ਨਕਲ ਕਰਦਾ ਫੜਿਆ ਜਾਂਦਾ, ਜੇ ਤਾਂ ਉਹ BA ਤੋਂ ਅਬਵ ਕਲਾਸਿਸ ਦੇ ਵਿੱਚ ਹੈਗਾ, 3 ਸਾਲ ਵਾਸਤੇ ਉਹਨੂੰ ਯੂਨੀਵਰਸਿਟੀ ਅਯੋਗ ਘੋਸ਼ਿਤ ਕਰ ਦਿੰਦੀ ਹੈ ਜੀ। ਤੇ ਜੇ ਅਸੀਂ ਬੋਰਡ ਦੀਆਂ ਪ੍ਰੀਖਿਆਵਾਂ ਦੀ ਗੱਲ ਕਰੀਏ ਤਾਂ 1 ਸਾਲ ਤੱਕ ਇਹ ਜਿਹੜੀ ਸਮਾਂ ਸੀਮਾ ਉਹ ਨਿਯਤ ਕੀਤੀ ਗਈ ਆ।
ਇਸ ਤੋਂ ਇਲਾਵਾ ਹੋਰ ਕਿਹੜੀਆਂ ਸਜ਼ਾਵਾਂ ਹੈਗੀਆਂ ਜਿਹੜੇ ਨਕਲ ਕਰਾਉਣ ਜਾਂ ਹੋਰ ਇਦਾਂ ਦੀ ਜਿਹੜੀ ਇੱਕ ਲੌਬਿੰਗ ਬਣਦੀ ਹੈਗੀ ਆ, ਇੱਕ ਲੌਬਿੰਗ ਹੀ ਕਹਿ ਸਕਦੇ ਹਾਂ, ਕਿਉਂਕਿ ਇੱਕ ਜੁੰਡਲੀ ਜਿਹੜੀ ਇੱਕ ਗਰੁੱਪ ਆਫ ਪੀਪਲ ਹੈਗਾ ਉਹ ਥੋੜਾ ਹੀ ਹੁੰਦਾ ਇਹ, ਤੇ ਉਹਨਾਂ ਵਾਸਤੇ ਕੀ ਸਜ਼ਾਵਾਂ ਹੁੰਦੀਆਂ? ਸਜ਼ਾਵਾਂ ਇਹ ਹੈ ਕਿ ਜੇ ਤਾਂ ਕਿਸੇ ਦੀ ਜਗ੍ਹਾ ਤੇ ਕੋਈ ਬੱਚਾ ਪੇਪਰ ਦਿੰਦਾ ਹਾਂਜੀ ਤਾਂ ਉਹਦੇ ਤੇ ਕੇਸ ਬਣਦਾ ਔਰ ਥਾਣੇ ਦੇ ਵਿੱਚ ਉਹਦੀ FIR ਹੁੰਦੀ ਹੈ, ਉਹਦੇ ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਦੂਜੇ ਕੇਸਾਂ ਨੂੰ ਡੀਲ ਕੀਤਾ ਜਾਂਦਾ। ਕਾਨੂੰਨੀ ਪੱਖ ਵੀ ਹੈ, ਬਿਲਕੁਲ ਕਾਨੂੰਨੀ ਪੱਖ ਵੀ ਹੈ। ਔਰ ਦੂਜੀ ਗੱਲ ਇਹ ਹੈ ਕਿ ਜੇਕਰ ਬੱਚਾ ਨਕਲ ਕਰਦਾ ਪਾਇਆ ਜਾਂਦਾ ਖੁਦ ਜਿਹਦਾ ਪੇਪਰ ਸੀਗਾ ਤਾਂ ਉਹਦੇ ਤੇ ਕੇਸ ਬਣਦਾ ਬਕਾਇਦਾ, ਜਿੱਦਾਂ ਅਦਾਲਤਾਂ ਦੇ ਵਿੱਚ ਸੁਣਵਾਈ ਹੁੰਦੀ ਹੈ ਉਸੇ ਤਰ੍ਹਾਂ ਬੋਰਡ ਦੇ ਵਿੱਚ ਇੱਕ ਪੈਨਲ ਬੈਠਦਾ, ਉੱਥੇ ਐਕਸਪਰਟ ਬੈਠਦੇ ਆ, ਜਿਹੜੇ ਅਧਿਆਪਕ ਨੇ ਉਹਨੂੰ ਫੜਿਆ ਹੁੰਦਾ ਉਹਨੂੰ ਵੀ ਉੱਥੇ ਜਾਣਾ ਪੈਂਦਾ, ਉਹ ਆਪਦੇ ਬਿਆਨ ਦਿੰਦਾ ਕਿ ਮੈਂ ਕਿਸ ਤਰ੍ਹਾਂ ਇਹਨੂੰ ਪਕੜਿਆ। ਜਿਹੜਾ ਵਿਦਿਆਰਥੀ ਉਹਦਾ ਵੀ ਪੱਖ ਸੁਣਿਆ ਜਾਂਦਾ, ਔਰ 1 ਸਾਲ ਹੀ ਨਹੀਂ ਕਈ ਵਾਰੀ 2 ਸਾਲ ਦੀ ਵੀ ਸਜ਼ਾ ਦਿੱਤੀ ਜਾਂਦੀ ਹੈ ਜੇਕਰ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਉਹਦੇ 'ਚ ਕੋਈ ਸ਼ੰਕਾ ਨਹੀਂ ਕਿ ਵਿਦਿਆਰਥੀ ਨਕਲ ਕਰਦਾ ਪਾਇਆ ਗਿਆ। ਤਾਂ ਇਸ ਕਰਕੇ ਇਹ ਚੀਜ਼ਾਂ ਜਿੱਥੇ ਇਹ ਸਜ਼ਾ ਦਾ ਡਰ ਤਾਂ ਹੈਗਾ ਹੀ ਹੈਗਾ, ਪਰ ਜੇਕਰ ਨਕਲ ਕਰਕੇ ਤੁਸੀਂ ਕਰ ਵੀ ਲਿਆ ਤਾਂ ਉਹਦਾ ਤੁਹਾਡੀ ਜ਼ਿੰਦਗੀ 'ਚ ਮਾੜਾ ਪ੍ਰਭਾਵ ਤਾਂ ਪੈ ਸਕਦਾ, ਚੰਗਾ ਪ੍ਰਭਾਵ ਨਹੀਂ ਪੈ ਸਕਦਾ। ਤਾਂ ਮੈਂ ਇਸ ਮੰਚ ਤੋਂ ਵਿਦਿਆਰਥੀ ਨੂੰ ਇਹ ਅਪੀਲ ਵੀ ਕਰਨਾ ਚਾਹਾਂਗਾ ਕਿ ਬੇਟਾ ਜੇ ਜ਼ਿੰਦਗੀ 'ਚ ਕਾਮਯਾਬ ਹੋਣਾ ਤਾਂ ਨਕਲ ਤੇ ਕਾਂਟਾ ਮਾਰ ਦਿਓ, ਔਰ ਇੱਕੋ ਇੱਕ ਜਿਹੜਾ ਸਾਡੇ ਕੋਲ ਸੂਤਰ ਹੈ ਉਹ ਮਿਹਨਤ ਹੈ, ਮਿਹਨਤ ਦਾ ਪੱਲਾ ਫੜ ਲਓ, ਉਹ ਤੁਹਾਨੂੰ ਅੱਜ ਨਹੀਂ ਕੱਲ ਕਾਮਯਾਬ ਜ਼ਰੂਰ ਕਰੇਗੀ, ਔਰ ਨਕਲ ਤੁਹਾਨੂੰ ਅੱਜ ਨਹੀਂ ਕੱਲ ਫੇਲ ਜ਼ਰੂਰ ਕਰੇਗੀ। ਇਸ ਗੱਲ ਦਾ ਸਾਨੂੰ ਬੱਚਿਆਂ ਤੱਕ ਜ਼ਰੂਰ ਮੈਸੇਜ ਦੇਣਾ ਚਾਹੀਦਾ ਜੀ। ਤੇ ਹੁਣ ਆਪਾਂ ਜਾਂਦੇ ਟਿਪਸ ਵੀ ਲੈਣੇ ਆ, ਨਾਲ ਇਹ ਵੀ ਆਪਾਂ ਗੱਲ ਕਰ ਲਈਏ ਵੀ ਵਹਿਮ ਭਰਮ ਵੀ ਬਹੁਤ ਸਾਰੇ ਜੁੜੇ ਹੋਏ ਆ, ਹੈ ਨਾ ਜੀ, ਵੀ ਤੇ ਦਹੀਂ ਵੀ ਖਾਧਾ ਜਾਂਦਾ ਹੈ ਨਾ, ਸੋ ਇਹਦਾ ਇੱਕ ਵਿਗਿਆਨਕ ਜਿਹੜਾ ਪੱਖ ਵੀ ਹੈ ਜੀ, ਸੋ ਉਹ ਵੀ ਸਾਡੇ ਨਾਲ ਸਾਂਝਾ ਕਰੋ ਤੇ ਟਿਪਸ ਜ਼ਰੂਰ ਦਿਓ। ਹਾਂ ਗਗਨ ਜੀ, ਟਿਪਸ ਤਾਂ ਇਹੋ ਹੀ ਹੈ, ਸਭ ਤੋਂ ਵੱਡਾ ਟਿਪਸ ਤਾਂ ਜਿਹੜਾ ਇਹ ਹੈ ਕਿ ਸਖਤ ਮਿਹਨਤ ਹੈ, ਡੈਡੀਕੇਸ਼ਨ ਹੈ, ਔਰ ਜਿਸ ਦਿਨ ਤੋਂ ਕੋਈ ਕਲਾਸ ਸ਼ੁਰੂ ਹੁੰਦੀ ਹੈ ਪਹਿਲੇ ਦਿਨ ਤੋਂ ਇਹ ਧਾਰ ਲੈਣਾ ਕਿ ਮੈਂ ਚੰਗੇ ਨੰਬਰ ਲੈਣੇ ਆ, ਔਰ ਆਪਦੇ ਨੋਟਸ ਤਿਆਰ ਕਰੋ। ਉਸ ਤੋਂ ਬਾਅਦ ਆਪਦੇ ਮਨ ਨੂੰ ਸ਼ਾਂਤ ਰੱਖੋ, ਇੱਧਰ ਉੱਧਰ ਦੀਆਂ ਗੱਲਾਂ ਜਿਹੜੀਆਂ ਨਕਲ ਦੀਆਂ ਔਰ ਜਿਸ ਤਰ੍ਹਾਂ ਦੀਆਂ ਵੀ ਵਹਿਮ ਭਰਮ ਆ ਇਹਨਾਂ ਤੋਂ ਬਾਹਰ ਨਿਕਲੋ। ਕਿਸੇ ਵੇਲੇ ਦਹੀਂ ਦੀ ਗੱਲ ਜੇਕਰ ਸੀਮਿਤ ਮਾਤਰਾ 'ਚ ਲਈ ਜਾਵੇ, ਦਹੀਂ ਸਾਰਿਆਂ ਵਾਸਤੇ ਅੱਛਾ ਹੁੰਦਾ, ਸਿਹਤ ਵਾਸਤੇ ਅੱਛਾ ਹੁੰਦਾ, ਔਰ ਪੇਪਰਾਂ ਦੇ ਦਿਨਾਂ 'ਚ ਜੇ ਖਾਧਾ ਜਾਂਦਾ ਤਾਂ ਕੋਈ ਮਾੜੀ ਗੱਲ ਨਹੀਂ, ਪਰ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ 2 ਕਿਲੋ ਦਹੀਂ ਖਾ ਕੇ ਤੇ ਪੜ੍ਹਿਆ ਕੁਛ ਨਾ ਹੋਵੇ ਤੇ ਉੱਥੇ ਵੀ ਬੱਚਾ ਬਿਮਾਰ ਹੋ ਜਾਵੇ। ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ। ਸਭ ਤੋਂ ਪਹਿਲਾਂ ਉਹਨਾਂ ਗੱਲਾਂ ਤੇ ਮੈਂ ਦੁਬਾਰਾ ਆ ਜਾਣਾ ਕਿ ਸਭ ਤੋਂ ਪਹਿਲਾਂ ਸਾਨੂੰ ਸਿਲੇਬਸ ਦਾ ਪਤਾ ਹੋਣਾ ਚਾਹੀਦਾ। ਨੰਬਰ 2 ਤੇ ਸਾਨੂੰ ਬਲੂਪ੍ਰਿੰਟ ਪਤਾ ਹੋਣਾ ਚਾਹੀਦਾ ਕਿ ਕਿਸ ਪ੍ਰਸ਼ਨ ਦੇ ਕਿੰਨੇ ਨੰਬਰ ਹੈ ਔਰ ਕਿਹੜੇ ਪਾਠ ਚੋਂ ਕਿੰਨੇ ਨੰਬਰਾਂ ਦਾ ਪ੍ਰਸ਼ਨ ਆ ਰਿਹਾ। 3rd ਨੰਬਰ ਤੇ ਸਾਡੇ ਜਿਹੜੇ ਬਰੀਫ ਨੋਟਸ ਬਣੇ ਆ ਉਹ ਸਾਡੀ ਪ੍ਰੀਖਿਆ ਨੂੰ ਬਹੁਤ ਵਧੀਆ ਬਣਾ ਸਕਦੇ ਆ। ਔਰ 4ਥੇ ਨੰਬਰ ਤੇ ਜਿਹੜਾ ਸਾਡਾ ਮਾਨਸਿਕ, ਘਰੇਲੂ ਤੇ ਸਰੀਰਕ ਵਾਤਾਵਰਨ ਹੈ ਜਾਂ ਤੰਦਰੁਸਤੀ ਹੈ, ਇਹ ਬਹੁਤ ਜ਼ਰੂਰੀ ਹੈ। ਦੇਖੋ ਜੀ, ਟੂਣੇ ਟੋਟ ਕੇ ਜਾਂ ਫਿਰ ਵਹਿਮ ਭਰਮ ਕਿਸੇ ਵੀ ਕੰਮ ਨਹੀਂ ਆਉਣੇ। ਹੱਥਾਂ ਨਾਲ ਜਿਹੜਾ ਹੈਗਾ ਸਾਨੂੰ ਸਭ ਕੁਝ ਸਿਰਜਣਾ ਪੈਣਾ ਆ। ਹਸਤ ਰੇਖਾਵਾਂ ਦੀ ਨਾ ਚਿੰਤਾ ਕਰੋ, ਹੱਥ ਸਿਰਜਣਹਾਰ ਨੇ ਤਕਦੀਰਾਂ ਦੇ, ਤਕਦੀਰਾਂ ਲਿਖਣੀਆਂ ਤਾਂ ਸਾਨੂੰ ਮਿਹਨਤ ਕਰਨੀ ਪੈਣੀ ਆ। ਸੋ ਜਿਹੜੇ ਪ੍ਰੀਖਿਆਰਥੀ ਹੈਗੇ ਆ ਉਹਨਾਂ ਨੂੰ ਵੀ ਸ਼ੁਭ ਕਾਮਨਾਵਾਂ, ਮਾਪਿਆਂ ਨੂੰ ਵੀ ਤੇ ਨਾਲ ਅਧਿਆਪਕਾਂ ਨੂੰ ਵੀ। ਸੋ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ, ਇੰਨਾ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ ਸ਼ਰਮਾ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ। ਜਵਾਨੀ ਮਸਤਾਨੀ ਬਈ, ਕਹਿੰਦੇ ਹੁੰਦੀ ਆ ਜਵਾਨੀ ਮਸਤਾਨੀ ਬਈ, ਇਹ ਤਾਂ ਖਤਰੇ ਦੀ ਪੱਕੀ ਹੈ ਨਿਸ਼ਾਨੀ ਬਈ, ਇਹ ਤਾਂ ਖਤਰੇ ਦੀ ਪੱਕੀ ਹੈ ਨਿਸ਼ਾਨੀ ਬਈ, ਜਿੱਦਾਂ ਬਿਜਲੀ ਅਰਸ਼ ਦੀ ਕੜ ਕੇ ਉਹ ਕੰਮ ਨਾ ਕਰੀਏ ਜਿਹੜਾ ਸਾਰਿਆਂ ਦੇ ਅੱਖ ਵਿੱਚ ਰੜ ਕੇ, ਉਹ ਕੰਮ ਨਾ ਕਰੀਏ ਜਿਹੜਾ ਸਾਰਿਆਂ ਦੇ ਅੱਖ ਵਿੱਚ ਰੜ ਕੇ। ਯਾਰਾਂ ਦੀਆਂ ਮਿੱਤਰੋ ਬਿਆਰੀਆਂ, ਯਾਰਾਂ ਦੀਆਂ ਮਿੱਤਰੋ ਬਿਆਰੀਆਂ, ਸਦਾ ਰੱਖੀ ਦੀਆਂ ਜਾਨ ਤੋਂ ਪਿਆਰੀਆਂ, ਸਦਾ ਰੱਖੀ ਦੀਆਂ ਜਾਨ ਤੋਂ ਪਿਆਰੀਆਂ, ਸਿਰ ਦੇ ਕੇ ਨਿਭਾਈਏ ਪਿੱਛੇ ਨਾ ਹਟਾਈਏ, ਛੱਡੀਏ ਨਾ ਇੱਕ ਵਾਰੀ ਫੜ ਕੇ ਉਹ ਕੰਮ